ਤੇ ਕਿਸਾਨੀ ਅੰਦੋਲਨ ਸਾਡੇ ਸਮੇਂ ਦਾ ਸਭ ਤੋਂ ਵੱਡਾ ਅੰਦੋਲਨ ਹੈ ਕਿ ਕਿਸਾਨੀ ਅੰਦੋਲਨ ਨੇ मतलब साडे इस किसानी अंदोलन ने सानू बहुत कुछ सिखाया कि किसानी अंदोलन उस समय दे विच आउंदा जदों मतलब साडी इकोनॉमी दे विच बहुत बड़ा संकट है। मतलब उदों जदों मतलब GST ने पूरी इकोनॉमी नू तबाह कीता, डीमोनेटाइजेशन आई ते उस समय जदों मतलब वर्करां दे राइट्स ते सब तो बड़े हमले कीते गए। मतलब जो किसानी बिल लैके आते गए तो किसानी बिल का पिछला एक बैकग्राउंड आ वो बैकग्राउंड समझते हुए तो किसानी अंदोलन की की इंपॉर्टेंस है साडी जिंदगी दे विच ते किसानी अंदोलन ने सानू की सिखाया ते इस किसानी अंदोलन तो असी अगे होर की सीख सकते हैं। तो ਉਹਦੇ ਲਈ ਅੱਜ ਦੇ ਵਿੱਚ ਜਿਹੜੀ ਅੱਜ ਦੀ ਚਰਚਾ ਹੈ ਉਹ ਬਹੁਤ ਜ਼ਰੂਰੀ ਆ। ਤਾਂ ਅੱਜ ਚਰਚਾ ਦੇ ਲਈ ਅਸੀਂ ਜਿਹੜੀ ਕਿਤਾਬ ਆ ਮਨਦੀਪ ਪੂਨੀਆ ਦੀ ਜਿਹੜੀ ਅੰਦੋਲਨ ਚੋਂ ਨਿਕਲੀ ਕਿਤਾਬ ਆ ਤਾਂ ਉਹਦੇ ਉੱਪਰ ਅਸੀਂ ਅੱਜ ਚਰਚਾ ਕਰਨ ਲਈ ਸਾਰੇ ਇੱਥੇ ਅਸੀਂ ਇਕੱਠੇ ਹੋਏ ਹਾਂ। ਤੇ ਕਿਸਾਨੀ ਅੰਦੋਲਨ ਦੀ ਜਦੋਂ ਮੈਂ ਗੱਲ ਕਰ ਰਿਹਾ ਸੀ ਕਿ ਕਿਸਾਨੀ ਅੰਦੋਲਨ ਤੋਂ ਪਹਿਲਾਂ ਜਿਹੜੀ ਭੂਮਿਕਾ ਉਹਦੀ ਪ੍ਰਿਸ਼ਠਭੂਮੀ ਕੀ ਆ ਕਿ ਕਿਸਾਨੀ ਅੰਦੋਲਨ ਤੋਂ ਪਹਿਲਾਂ ਲੇਬਰ ਕੋਡ ਕਾਨੂੰਨ ਆਏ ਜਿਹਦੇ ਵਿੱਚ ਜਿਹੜੇ ਮਜ਼ਦੂਰ ਨੇ ਉਹਨਾਂ ਦੀ ਜਿਹੜੀ ਮੁੱਢਲੀਆਂ ਸੋਸ਼ਲ ਸਿਕਿਉਰਿਟੀ ਆ ਉਹ ਖਤਮ ਕਰ ਦਿੱਤੀ ਗਈ। मतलब ਜਿਹੜੀ ਸੋਸ਼ਲ ਸਿਕਿਉਰਿਟੀ ਦੇ ਵਿੱਚ ਹਾਇਰ ਐਂਡ ਫਾਇਰ ਦੀ ਪਾਲਿਸੀ ਹੈ ਕਿ ਕਦੇ ਵੀ ਵਰਕਰ ਨੂੰ ਕੱਢਿਆ ਜਾ ਸਕਦਾ, ਉਹਨਾਂ ਦੇ ਜਿਹੜੇ ਮੁੱਢਲੇ ਬੇਸਿਕ ਰਾਈਟਸ ਨੇ ਯੂਨੀਅਨਾਈਜ਼ ਕਰਨ ਦਾ ਅਧਿਕਾਰ ਉਹ ਵੀ ਖੋਲ੍ਹਿਆ ਜਾਂਦਾ। ਤਾਂ ਉਸ ਤੋਂ ਇਲਾਵਾ मतलब GST ने जो GST आया तो वो सेंटर स्टेट की रिलेशन ਦੇ ਵਿੱਚ मतलब सेंट्रलाइजेशन ਵੱਡੇ ਪੱਧਰ ਤੇ ਹੋਈ ਤੇ ਸਟੇਟਾਂ ਦੀ ਜਿਹੜੀ ਹਾਲਤ ਆ ਉਹ ਬਹੁਤ ਬਦਲੀ ਕਰ ਦਿੱਤੀ ਗਈ। मतलब ਸਟੇਟਸ ਦੀ ਸੈਂਟਰ ਦੇ ਉੱਪਰ ਡਿਪੈਂਡੈਂਸ ਆ ਜਿਹੜੀ ਉਹ ਬਹੁਤ ਜ਼ਿਆਦਾ ਵੱਧ ਗਈ। ਤਾਂ GST ਨੇ मतलब ਸਟੇਟਾਂ ਦੀ ਪਾਵਰ ਘਟਾਈ, ਸੈਂਟਰਲਾਈजेशन ਕੀਤੀ। ਉਸ ਤੋਂ ਇਲਾਵਾ GST ਤੇ ਡੀਮੋਨੇਟਾਈजेशन ਨੇ ਵੱਡੇ ਪੱਧਰ ਤੇ ਜਿਹੜਾ ਮਾਈਕਰੋ ਸਮਾਲ ਮੀਡੀਅਮ ਜਿਹੜਾ ਸੈਕਟਰ ਆ ਜਿਹੜਾ GDP ਦੇ ਵਿੱਚ ਤੇ ਅਨਪਲੋਇਮੈਂਟ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦਾ ਉਹਨੂੰ ਵੱਡੇ ਪੱਧਰ ਤੇ ਸੱਟ ਮਾਰੀ ਹੈ ਤੇ ਪੂਰੀ ਇਕਨੋਮੀ ਨੂੰ ਨੇ ਹਿਲਾਇਆ। ਉਸ ਤੋਂ ਇਲਾਵਾ मतलब ਸਾਡੀ ਇਕਨੋਮੀ ਦੇ ਵਿੱਚ मतलब ਜਿਹੜੀ ਅਸੀਂ ਗੱਲ ਕਰੀਏ ਕਿ ਜਦੋਂ ਕਿਸਾਨੀ ਅੰਦੋਲਨ ਤੋਂ ਪਹਿਲਾਂ ਜਿਹੜੀ ਬੇਰੁਜ਼ਗਾਰੀ ਆ 45 ਸਾਲਾਂ ਦੇ ਵਿੱਚ ਸਭ ਤੋਂ ਵੱਧ ਅਨਪਲੋਇਮੈਂਟ ਹੈ। ਤਾਂ 45 ਸਾਲਾਂ ਦੇ ਵਿੱਚ ਸਭ ਤੋਂ ਵੱਧ ਅਨਪਲੋਇਮੈਂਟ ਤੇ ਮਹਿੰਗਾਈ ਸਿਖਰਾਂ ਤੇ ਛੂ ਰਹੀ ਆ। ਉਸ ਤੋਂ ਇਲਾਵਾ ਅਸੀਂ ਦੇਖਦੇ ਹਾਂ ਕਿ ਜਿਹੜਾ ਸਾਡਾ ਪਬਲਿਕ ਸੈਕਟਰ ਲੋਕਾਂ ਦੇ ਪੈਸੇ ਦੇ ਨਾਲ ਖੜਾ ਕੀਤਾ ਗਿਆ ਉਹ ਸਾਰੇ ਦਾ ਸਾਰਾ ਸੈਕਟਰ ਨੂੰ मतलब ਪ੍ਰਾਈਵੇਟ ਕਰਨ ਦੀ ਜਿਹੜੀ ਪਾਲਿਸੀ ਆ ਉਹ ਨਿਊ ਲਿਬਰਲ ਇਕਨੋਮਿਕ ਪਾਲਿਸੀ ਦੇ ਤਹਿਤ ਲਗਭਗ ਸਾਰੇ ਸੈਕਟਰਾਂ ਨੂੰ ਪੋਰਟ ਤੋਂ ਲੈ ਕੇ ਰੇਲਵੇ ਤੋਂ ਲੈ ਕੇ ਜਿੰਨੇ ਸਾਡੇ ਪ੍ਰੋਫਿਟ ਮੇਕਿੰਗ ਅਦਾਰੇ ਨੇ ਉਹਨਾਂ ਨੂੰ ਵੀ ਵੇਚਣ ਦੀ ਜਿਹੜੀ ਕਵਾਇਦ ਆ ਉਹ ਹੋਰ ਤੇਜ਼ ਕੀਤੀ ਗਈ। ਤਾਂ ਜਦੋਂ ਐਡੇ ਵੱਡੇ ਪੱਧਰ ਤੇ ਇਕਨੋਮੀ ਦੇ ਵਿੱਚ ਸੰਕਟ ਆ, ਬੇਰੁਜ਼ਗਾਰੀ ਆ, ਮਹਿੰਗਾਈ ਆ, ਪਬਲਿਕ ਸੈਕਟਰ ਨੂੰ ਵੇਚਿਆ ਜਾ ਰਿਹਾ, ਵਰਕਰ ਦੇ ਰਾਈਟ ਖੋਏ ਜਾ ਰਹੇ ਨੇ ਤੇ ਆਦੀਵਾਸੀਆਂ ਦੇ ਜਿਹੜੇ ਜਲ ਜੰਗਲ ਦੀ ਜ਼ਮੀਨ ਦੀ ਲੜਾਈ ਆ ਉਹਦੇ ਵਿੱਚ ਜਿਹੜੇ ਸਾਡੇ ਨੈਚੁਰਲ ਰਿਸੋਰਸਿਸ ਨੇ यूपी बिहार झारखंड छत्तीसगढ़ ਜਿਹਦੇ ਵਿੱਚ ਮਿਨਰਲਸ ਨੇ ਉਹਦੇ ਵਿੱਚ ਪੋਸਕੋ ਵੈਂਡੇਟਾ ਵਰਗੀਆਂ ਕੰਪਨੀਆਂ, ਟਾਟਾ ਜਿੰਦਲ ਵਰਗੀਆਂ ਕੰਪਨੀਆਂ ਨੂੰ ਸਾਡੇ ਮਿਨਰਲ ਥੋਕ ਦੇ ਭਾਅ ਵੇਚੇ ਜਾ ਰਹੇ ਨੇ। ਤਾਂ ਉਦੋਂ ਲੋਕਾਂ ਦਾ ਇੱਕ ਵਿਦਰੋਹ ਵੀ ਖੜਾ ਹੋ ਰਿਹਾ ਤੇ ਲੋਕ ਆਦੀਵਾਸੀ ਏਰੀਆ ਦੇ ਵਿੱਚ ਇੱਕ ਵੱਡੀ ਲੜਾਈ ਚੱਲ ਰਹੀ ਆ ਤੇ ਲੋਕ ਮਹਿੰਗਾਈ ਦੇ ਖਿਲਾਫ ਲੜ ਰਹੇ ਨੇ, ਰੁਜ਼ਗਾਰ ਦੇ ਖਿਲਾਫ ਲੜ ਰਹੇ ਨੇ, ਰੁਜ਼ਗਾਰ ਦੇ ਲਈ ਲੜ ਰਹੇ ਨੇ। ਤਾਂ ਇਸ ਸੰਕਟ ਦੇ ਵਿੱਚ ਜਦੋਂ ਸਾਡੀ ਇਕਨੋਮੀ ਦੇ ਵਿੱਚ ਇੱਕ ਇੰਨਾ ਵੱਡਾ ਸੰਕਟ ਆ ਉਹ ਸੰਕਟ ਨੂੰ ਨਜਿੱਠਣ ਦੀ ਬਜਾਏ मतलब भारतीय सरकार द्वारा मतलब जाली दुश्मन सिरजे गए। जाली दुश्मन के तौर पर मुसलमानों के उपर अटैक वधने, धारा 370 का तोड़ना, मतलब CA NRC वर्गे मतलब हालत इस हद तक आ गई कि साडे लोकां ते हमला इस हद तक वधिया कि उन्हां दी जिहड़ी सिटीजनशिप राइट ने सिटीजनशिप राइट खोण तक दी नौबत आ गई। लेबर कंसंट्रेशन कैंप बनाए गए ਤੇ ਉਹ ਕੈਂਪ ਬਣਾ ਕੇ ਲੋਕਾਂ ਨੂੰ ਕੈਂਪਾਂ ਦੇ ਵਿੱਚ ਇੱਕ ਸਸਤੀ ਲੇਬਰ ਦੇ ਰੂਪ ਦੇ ਵਿੱਚ ਤਬਦੀਲ ਕਰਨ ਦੀ ਕੋਸ਼ਿਸ਼ ਸ਼ੁਰੂ ਕੀਤੀ ਗਈ। ਤਾਂ ਉਸ ਤੋਂ ਬਾਅਦ ਲਾਕਡਾਊਨ ਆਂਦਾ ਤੇ ਲਾਕਡਾਊਨ ਦੇ ਵਿੱਚ ਹੀ मतलब ਸਾਡਾ ਜਿਹੜਾ ਐਜੂਕੇਸ਼ਨ ਦਾ ਸੈਕਟਰ ਆ मतलब ਇੱਕ ਵੱਡਾ ਸੈਕਟਰ ਆ ਜਿਹਦੇ ਵਿੱਚ ਲਗਾਤਾਰ ਸਰਕਾਰ ਪ੍ਰਾਈਵੇਟ ਕਰਦੀ ਆ ਰਹੀ ਆ। ਨਵੀਂ ਸਿੱਖਿਆ ਨੀਤੀ ਆਂਦੀ ਆ ਤੇ ਉਹਦੇ ਵਿੱਚ ਵੀ ਉਹ ਆਪਣਾ ਜਿਹੜਾ ਏਜੰਡਾ ਪ੍ਰਾਈਵੇਟ ਕਰਨ ਦਾ, ਸੈਂਟਰਲਾਈਜ਼ ਕਰਨ ਦਾ ਤੇ ਭਗਵੇਂ ਕਰਨ ਦਾ ਏਜੰਡਾ ਉਹਨੂੰ ਲਾਗੂ ਕਰਦੀ ਆ। ਤਾਂ ਇਹ ਜਦੋਂ ਚੌਤਰਫਾ ਹਮਲੇ मतलब पूरे देश ਦੇ ਵਿੱਚ ਅਲੱਗ-ਅਲੱਗ ਤਾਕਿਆਂ ਦੇ ਉੱਪਰ ਕੀਤੇ ਜਾ ਰਹੇ ਸੀ ਤਾਂ ਉਦੋਂ ਜਿਹੜੀ ਵਿਰੋਧ ਦੀ ਆਵਾਜ਼ ਆ ਵਿਰੋਧ ਦੀ ਆਵਾਜ਼ ਨੂੰ ਕੁਚਲਣ ਦੇ ਲਈ ਇੱਕ ਤਾਂ ਪੂਰੇ ਇਸ਼ੂ ਤੋਂ ਡਾਇਵਰਟ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਾਲੀ ਦੁਸ਼ਮਣ ਸਿਰਜੇ ਗਏ ਤੇ ਜਦੋਂ ਵਿਰੋਧ ਦੀ ਆਵਾਜ਼ मतलब ਲੋਕ ਵਿਰੋਧ ਲਈ ਸੜਕਾਂ ਦੇ ਉੱਤਰ ਰਹੇ ਨੇ CNRC ਦੇ ਰੂਪ ਦੇ ਵਿੱਚ ਤਾਂ ਜਿਹੜੇ ਡਰੈਕੋਨੀਅਨ ਲਾਜ਼ ਨੇ UAPA ਵਰਗੇ ਉਹ ਲਾ ਕੇ ਜੇਲ੍ਹਾਂ ਦੇ ਵਿੱਚ ਲੋਕਾਂ ਨੂੰ ਡੱਕਣ ਦੀ ਐਕਟਿਵਿਸਟਾਂ ਨੂੰ ਡੱਕਣ ਦੀ ਕੋਸ਼ਿਸ਼ ਕੀਤੀ ਗਈ। मतलब ਉਹ ਅਸੀਂ CNRC ਦੇ ਰੂਪ 'ਚ ਵੀ ਦੇਖਦੇ ਹਾਂ ਤੇ ਪੂਰੇ ਭਾਰਤ ਦੇ ਵਿੱਚ ਆਦੀਵਾਸੀ ਇਲਾਕਿਆਂ ਦੇ ਵਿੱਚ ਸਟਰਗਲ ਨੇ ਉੱਥੇ ਉਹ ਰਾਈਟਸ ਲਈ ਲੜ ਰਹੇ ਲੋਕ ਨੇ ਜਾਂ ਲੇਬਰ ਕਾਨੂੰਨਾਂ ਲਈ ਲੜ ਰਹੇ ਲੋਕ ਨੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕਣਾ ਬਾਸੂਰਤ ਹਲੇ ਤੱਕ ਜਾਰੀ ਆ।
मतलब ये उस ਕੰਟੈਕਸਟ ਦੇ ਵਿੱਚ ਜਦੋਂ ਐਂਟੀ ਫਾਸਿਸਟ ਮੂਵਮੈਂਟ ਜਿਹੜੀ ਪੂਰੇ ਭਾਰਤ ਦੇ ਵਿੱਚ ਇੱਕ ਸਰਗਰਮ ਹੋ ਰਹੀ ਹੈ, ਲੋਕ ਵਿਰੋਧੀ ਰਾਜਨੀਤੀ ਦੇ ਵਿੱਚ ਸਰਗਰਮ ਹੋ ਰਹੇ ਨੇ, ਉਦੋਂ ਮਤਲਬ ਇੱਕੋ ਇੱਕ ਸੈਕਟਰ ਜਿਹੜਾ ਜਿਹਦੇ ਵਿੱਚ ਲਗਾਤਾਰ ਪ੍ਰਾਈਵੇਟਾਈਜੇਸ਼ਨ ਪਹਿਲਾਂ ਤੋਂ ਹੀ ਜਾਰੀ ਆ, ਉਹਦੇ ਵਿੱਚ 3 ਕਾਨੂੰਨ ਲੈ ਕੇ ਆਏ ਜਾਂਦੇ ਨੇ ਜਿਹਦੇ ਵਿੱਚ ਸਾਡੀ ਜ਼ਮੀਨ ਤੇ ਫਸਲ ਵੇਚਣ ਦੀ ਜਿਹੜੀ ਆ ਉਹ ਲਗਾਤਾਰ ਉਹਦੇ ਵਿੱਚ ਪ੍ਰਾਈਵੇਟ ਸੈਕਟਰ ਦੀ ਮਤਲਬ ਪੂਰੀ ਜ਼ਮੀਨਾਂ ਵੇਚਣ ਦੀ, ਨਸਲ ਤੇ ਫਸਲ ਦੀ ਲੜਾਈ ਜਿਹੜੀ ਆਪਾਂ ਆਮ ਤੌਰ ਤੇ ਕਰਦੇ ਰਹੇ ਹਾਂ ਕਿਸਾਨੀ ਅੰਦੋਲਨ ਦੇ ਵਿੱਚ। ਤੇ ਉਹ ਮੈਂ ਖੇਤੀ ਕਾਨੂੰਨ ਦੇ ਰਾਹੀਂ ਮਤਲਬ ਕਿਸਾਨੀ ਤੇ ਵੱਡਾ ਹਮਲਾ ਮਤਲਬ ਕਰੋਨਾ ਦੀ ਆੜ ਦੇ ਵਿੱਚ ਮੋਦੀ ਸਰਕਾਰ ਨੇ ਲੈ ਕੇ ਆਉਂਦਾ। ਤਾਂ ਇਹਦੇ ਪਿੱਛੇ ਜਿਹੜਾ ਬੈਕਗ੍ਰਾਉਂਡ ਹੈ, ਉਹ ਬੈਕਗ੍ਰਾਉਂਡ ਦੇ ਪਿੱਛੇ ਮਹਿੰਗਾਈ, ਬੇਰੁਜ਼ਗਾਰੀ, ਟ੍ਰਾਈਬਲ ਤੇ ਹਮਲੇ, ਮੁਸਲਮਾਨਾਂ ਤੇ ਹਮਲੇ, ਕਸ਼ਮੀਰੀਆਂ ਤੇ ਹਮਲੇ, ਤਾਂ ਉਹ ਸਾਰਿਆਂ ਦਾ ਐਕਸਪ੍ਰੈਸ਼ਨ ਜਦੋਂ ਅਸੀਂ ਦੇਖਦੇ ਹਾਂ ਕਿਸਾਨੀ ਅੰਦੋਲਨ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦਾ ਕਿ ਕਿਸਾਨੀ ਅੰਦੋਲਨ ਦੇ ਉੱਪਰ ਇਸ ਕਰਕੇ ਚਰਚਾ ਕਰਨੀ ਬਹੁਤ ਜ਼ਰੂਰੀ ਆ ਕਿ ਕਿਸਾਨੀ ਅੰਦੋਲਨ ਇੱਕ ਉਹ ਅੰਦੋਲਨ ਆ ਜਿਹੜਾ ਇੱਕੋ ਅੰਦੋਲਨ ਆ ਜਿਹਦੇ ਵਿੱਚ ਮਤਲਬ ਅਸੀਂ ਬਹੁਤ ਸਾਰੇ ਅੰਦੋਲਨ ਸਾਡੀ ਜਿਹੜੀ ਬਜ਼ੁਰਗ ਪੀੜ੍ਹੀ ਆ ਉਹਨੇ ਬਹੁਤ ਸਾਰੇ ਅੰਦੋਲਨ ਦੇਖੇ ਨੇ, ਉਹਨੇ ਐਮਰਜੈਂਸੀ ਦੇ ਖਿਲਾਫ ਅੰਦੋਲਨ ਲੜੇ ਵੀ ਨੇ ਤੇ ਦੇਖੇ ਵੀ ਨੇ, ਨਸਲਵਾੜੀ ਦਾ ਅੰਦੋਲਨ ਹੋਇਆ ਤੇ ਦੇਖਿਆ ਵੀ ਆ। ਬਟ ਇਹ ਅੰਦੋਲਨ ਜਿਹੜੀ ਸਾਡੀ ਯੰਗ ਪੀੜ੍ਹੀ ਆ, ਇਹ ਇੱਕੋ ਇੱਕ ਅੰਦੋਲਨ ਆ ਜਿਹਦੇ ਵਿੱਚ ਲਗਭਗ ਮਤਲਬ ਲੋਕਾਂ ਨੇ ਆਪ ਪਾਰਟਿਸਿਪੇਟ ਕੀਤਾ, ਇੱਕ ਲੋਕ ਲਹਿਰ ਦੀ ਤਰ੍ਹਾਂ ਆਪ ਪਾਰਟਿਸਿਪੇਟ ਕੀਤਾ। ਇਹਨੂੰ ਪੂਰੇ ਦੇਸ਼ ਦੇ ਵਿੱਚ, ਦੇਸ਼ ਤੋਂ ਇਲਾਵਾ ਦੇਸ਼ ਦੇ ਬਾਹਰਲੇ ਹਿੱਸਿਆਂ ਦੇ ਵਿੱਚ ਵੀ ਸਿੱਧੇ ਅਸਿੱਧੇ ਰੂਪ ਦੇ ਵਿੱਚ ਹਮਾਇਤ ਮਿਲਦੀ ਰਹੀ ਆ। ਮਤਲਬ ਐਡਾ ਵੱਡਾ ਅੰਦੋਲਨ ਆ, ਤੇ ਜਦੋਂ ਐਡਾ ਵੱਡਾ ਅੰਦੋਲਨ ਆ ਤਾਂ ਉਹ ਅੰਦੋਲਨ ਨੂੰ ਜਿੱਤਣਾ ਤੇ ਮੋਦੀ ਸਰਕਾਰ ਨੂੰ ਝੁਕਾਉਣਾ ਮਤਲਬ ਐਡੇ ਔਖੇ ਸਮੇਂ ਦੇ ਵਿੱਚ ਇਹ ਇੱਕ ਬਹੁਤ ਵੱਡੀ ਪ੍ਰਾਪਤੀ ਰਹੀ ਆ ਕਿ ਕਿਸਾਨੀ ਅੰਦੋਲਨ ਨੇ ਸਾਨੂੰ ਸਿਖਾਇਆ ਕਿ ਅੰਦੋਲਨਾਂ ਦੇ ਰਾਹ ਚੱਲਦੇ ਹੋਏ ਹੀ ਸੰਘਰਸ਼ ਜਿੱਤੇ ਜਾ ਸਕਦੇ ਨੇ। ਤੇ ਇਸ ਤੋਂ ਇਲਾਵਾ ਮਤਲਬ ਆਪਾਂ ਜਿਹੜੀ ਅੱਜ ਦੀ ਚਰਚਾ ਇਸ ਕਰਕੇ ਜ਼ਰੂਰੀ ਹੈ ਕਿ ਅਸੀਂ ਬੁੱਕ ਤੇ ਚਰਚਾ ਕਿਉਂ ਕਰ ਰਹੇ ਹਾਂ, ਕਿਉਂਕਿ ਬੁੱਕ ਮਤਲਬ ਇਹ ਬੁੱਕ ਗਰਾਊਂਡ ਜ਼ੀਰੋ, ਕਿਸਾਨ ਅੰਦੋਲਨ ਗਰਾਊਂਡ ਜ਼ੀਰੋ ਪੱਤਰਕਾਰ ਮਨਦੀਪ ਪੂਨੀਆ ਦੁਆਰਾ ਲਿਖੀ ਗਈ ਕਿਤਾਬ ਆ। ਤੇ ਮਤਲਬ ਮਨਦੀਪ ਪੂਨੀਆ ਨੂੰ ਮਤਲਬ ਜਦੋਂ ਕਿਸਾਨੀ ਅੰਦੋਲਨ ਚੱਲ ਰਿਹਾ ਉਹਦੇ ਵਿੱਚ ਉਹ ਆਪ ਵੀ ਸਰਗਰਮ ਹੈ ਤੇ ਪੱਤਰਕਾਰਤਾ ਦੀਆਂ ਜਿਹੜੀਆਂ ਬਹੁਤ ਬਰੀਕ ਦੀਆਂ ਗੱਲਾਂ ਨੇ ਉਹ ਇਸ ਕਿਤਾਬ ਦੇ ਵਿੱਚ ਉਹਨਾਂ ਨੇ ਸਾਡੇ ਪੱਤਰਕਾਰ ਲੋਕਾਂ ਦੇ ਸਨਮੁਖ ਰੱਖੀਆਂ ਨੇ ਕਿ ਲੀਡਰਸ਼ਿਪ ਦੇ ਵਿੱਚ ਕੀ ਸੰਘਰਸ਼ ਚੱਲ ਰਿਹਾ, ਕਿ ਅੰਦੋਲਨ ਕਿਸ ਦਿਸ਼ਾ ਵਿੱਚ ਚੱਲ ਰਿਹਾ। ਕਿਉਂਕਿ ਅੰਦੋਲਨ ਦੇ ਦੌਰਾਨ ਵੀ ਬਹੁਤ ਸਾਰੀਆਂ ਮੂਵਮੈਂਟਾਂ ਇਹੋ ਜਿਹੀਆਂ ਆਈਆਂ ਕਿ ਜਿਹਦੇ ਵਿੱਚ ਮਤਲਬ ਲੋਕਾਂ ਦੀ ਤੇ ਲੀਡਰਸ਼ਿਪ ਦੇ ਵਿੱਚ ਵੀ ਸਾਨੂੰ ਮਤਲਬ ਇੱਕ ਸੰਘਰਸ਼ ਦਾ ਰਾਹ ਦਿਖਿਆ। ਉਹਦੇ ਵਿੱਚ ਚਾਹੇ ਉਹ ਮਤਲਬ ਪੰਜਾਬ ਦੇ ਬਾਰਡਰ ਤੋੜ ਕੇ ਦਿੱਲੀ ਦੇ ਵਿੱਚ ਵੜਨਾ ਹੋਵੇ, ਚਾਹੇ ਉਹ ਲਾਲ ਕਿਲੇ ਤੇ ਜਾਣ ਦੀ ਕਾਲ ਹੋਵੇ, ਪਾਰਲੀਮੈਂਟ ਜਾਣ ਦੀ ਕਾਲ ਹੋਵੇ, ਤੇ ਬਹੁਤ ਸਾਰੀਆਂ ਐਸੀਆਂ ਕਾਲਸ ਨੇ ਜਿਹਦੇ ਵਿੱਚ ਲੋਕਾਂ ਦਾ ਮਤਲਬ ਬਹੁਤ ਵੱਡਾ ਇੱਕ ਪ੍ਰੈਸ਼ਰ ਬਣਿਆ ਰਿਹਾ, ਜਿਹਦੇ ਵਿੱਚ ਮਤਲਬ ਉਹ ਅੰਦੋਲਨ ਕਿਸੇ ਨਾ ਕਿਸੇ ਰੂਪ ਦੇ ਵਿੱਚ ਮਤਲਬ ਉਹ ਅੱਗੇ ਲੈ ਕੇ ਜਾਣ ਦੇ ਵਿੱਚ ਸਾਨੂੰ ਕਾਮਯਾਬ ਹੋਇਆ। ਤੇ ਇਹ ਅੰਦੋਲਨ ਜਿਸ ਤਰ੍ਹਾਂ ਇਹ ਕਿਤਾਬ ਦੇ ਵਿੱਚ ਵੀ ਬਾਖੂਬੀ ਦਰਜ ਕੀਤਾ ਗਿਆ ਕਿ ਇਸ ਅੰਦੋਲਨ ਦੀਆਂ ਜਿਹੜੀਆਂ ਬਰੀਕੀਆਂ ਨੇ ਉਹ ਬਰੀਕੀਆਂ ਮਤਲਬ ਜਦੋਂ ਇਹ ਕਿਤਾਬ ਆਉਂਦੀ ਆ ਕਿਤਾਬ ਜਦੋਂ ਆਉਂਦੀ ਆ ਉਸ ਤੋਂ ਪਹਿਲਾਂ ਬਹੁਤ ਸਾਰੇ ਨਰੇਟਿਵ ਸਿਰਜੇ ਗਏ ਕਿ ਇਹਨੇ ਪੈਟਰੀਆਰਕੀ ਖਤਮ ਕਰਤੀ, ਮਤਲਬ ਅਮੀਰੀ ਗਰੀਬੀ ਦਾ ਪਾੜਾ ਖਤਮ ਕਰਤਾ, ਜਾਤ ਪਾਤ ਖਤਮ ਕਰਤੀ, ਮਤਲਬ ਕੁਝ ਮਤਲਬ ਪੋਜ਼ਿਟਿਵ ਤੇ ਨੈਗੇਟਿਵ ਸਾਰੇ ਤਰ੍ਹਾਂ ਦੇ ਨਰੇਟਿਵ ਸਿਰਜੇ ਗਏ। ਤੇ ਜਦੋਂ ਇਹ ਕਿਤਾਬ ਆਉਂਦੀ ਆ ਤਾਂ ਇਹ ਕਿਤਾਬ ਨੇ ਜਿਹੜੇ ਪਹਿਲਾਂ ਤੋਂ ਸੈੱਟ ਮਤਲਬ ਨੈਰੇਟਿਵ ਸੀਗੇ, ਡੋਮੀਨੈਂਟ ਨਰੇਟਿਵ ਸੀਗੇ, ਤਾਂ ਉਹ ਨਰੇਟਿਵਸ ਨੂੰ ਡਿਸਕੰਫਰਟ ਕਰਨ ਦੀ ਕੋਸ਼ਿਸ਼ ਕੀਤੀ ਆ। ਤਾਂ ਉਹ ਨਰੇਟਿਵ ਜਿਹੜੇ ਮਤਲਬ ਆਲਰੇਡੀ ਐਸਟੈਬਲਿਸ਼ਡ ਸੀਗੇ ਉਹ ਮਤਲਬ ਇੱਕ ਸੈਕਸ਼ਨ ਨੇ ਉਹਨੂੰ ਸਰਾਹਿਆ ਵੀ ਆ ਤੇ ਇੱਕ ਸੈਕਸ਼ਨ ਨੇ ਉਹਦਾ ਕ੍ਰਿਟਿਕ ਵੀ ਕੀਤਾ। ਤਾਂ ਅੱਜ ਸਾਡੀ ਜਿਹੜੀ ਚਰਚਾ ਦਾ ਵਿਸ਼ਾ ਮਤਲਬ ਇਹ ਉਸੇ ਜਿਹੜੀ ਮਤਲਬ ਬੁੱਕ ਆਈ ਹੈ ਜਿਹੜੀ ਉਹਦੇ ਵਿੱਚ ਚਰਚਾ ਛਿੜੀ ਆ, ਖਾਸ ਕਰਕੇ ਪੰਜਾਬ ਦੇ ਵਿੱਚ ਅਗਰ ਅਸੀਂ ਅੱਜ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਵੀ ਵੱਡੇ ਪੱਧਰ ਤੇ ਮਤਲਬ ਕਿਸਾਨ ਯੂਨੀਅਨਾਂ ਦੁਆਰਾ ਅਗਰ ਵਿੱਚ ਵੀ ਮਤਲਬ ਅੱਜ ਦੀ ਡਿਬੇਟ ਚੱਲ ਰਹੀ ਆ ਕਿ ਕਿਹੜੀ ਕਿਸਾਨੀ ਲੀਡਰਸ਼ਿਪ ਜਿਹੜੀ ਹੈਗੀ ਆ ਉਹ ਮਤਲਬ ਸਰਕਾਰ ਦੇ ਨਾਲ ਸਮਝੌਤੇ ਦੀ ਗੱਲ ਕਰਦੀ ਸੀਗੀ, ਕਿਹੜੀ ਲੀਡਰਸ਼ਿਪ ਆ ਜਿਹੜੀ ਅੰਦੋਲਨ ਨੂੰ ਕਿਹੜੇ ਲੋਕ ਅੱਗੇ ਲੈ ਕੇ ਜਾ ਰਹੇ ਸੀਗੇ, ਮਤਲਬ ਬਹੁਤ ਸਾਰੀਆਂ ਇਹਦੇ ਵਿੱਚ ਡਿਬੇਟਾਂ ਨੇ। ਤਾਂ ਮੈਨੂੰ ਉਮੀਦ ਆ ਕਿ ਜਿਹੜੇ ਅੱਜ ਦੇ ਸਪੀਕਰ ਹੋਣਗੇ ਤੇ ਮੈਂ ਮਨਦੀਪ ਪੂਨੀਆ ਵੀ ਇੱਥੇ ਬੈਠੇ ਨੇ ਤੇ ਉਹਨਾਂ ਨੂੰ ਮੈਂ ਇਨਵਾਈਟ ਵੀ ਕਰੂੰਗਾ ਕਿ ਉਹ ਇੱਥੇ ਆਉਣ ਤੇ ਉਹ ਸਾਰੀਆਂ ਜਿਹੜੀਆਂ ਮੁਹਿੰਮ ਡਿਬੇਟਾਂ ਨੇ ਜਿਹੜੀਆਂ ਸਾਡੀ ਆਉਣ ਵਾਲੀ ਜਿਹੜੀ ਸਮਝ ਆ, ਕਿਉਂਕਿ ਇਹ ਅੱਜ ਦੀ ਸਮਝ ਅਗਰ ਅਸੀਂ ਡਿਵੈਲਪ ਕਰਾਂਗੇ ਤਾਂ ਮੈਨੂੰ ਲੱਗਦਾ ਆਉਣ ਵਾਲਾ ਜਿਹੜਾ ਸੰਘਰਸ਼ ਹੋ ਸਕਦਾ ਤਾਂ ਉਹ ਸਾਡੇ ਲਈ ਬਹੁਤ ਕਾਰਗਰ, ਉਹ ਜਿਹੜੀਆਂ ਇਨਪੁਟਸ ਨੇ ਉਹ ਸਾਡੇ ਲਈ ਬਹੁਤ ਕਾਰਗਰ ਹੋ ਸਕਦੀਆਂ। ਤਾਂ ਮੈਂ ਸਭ ਤੋਂ ਪਹਿਲਾਂ ਮਨਦੀਪ ਪੂਨੀਆ ਨੂੰ ਬੇਨਤੀ ਕਰੂੰਗਾ ਕਿ ਉਹ ਡਾਇਸ ਤੇ ਆਉਣ। ਮਤਲਬ ਪੰਜਾਬ ਯੂਨੀਵਰਸਿਟੀ ਦੇ ਵਿੱਚ ਹੀ ਪੜ੍ਹੇ ਨੇ ਤੇ ਇਹਨਾਂ ਨੇ ਆਪਣੀ ਜਿਹੜੀ ਪੱਤਰਕਾਰਤਾ ਅਲੱਗ-ਅਲੱਗ ਜਿਹੜੇ ਚੈਨਲਸ ਨੇ, ਆਨਲਾਈਨ ਬਲੌਗਸ ਨੇ, ਉਹਨਾਂ ਦੇ ਵਿੱਚ ਤੇ ਹੋਰ ਮਾਧਿਅਮਾਂ ਦੇ ਰਾਹੀਂ ਇਹਨਾਂ ਨੇ ਆਪਣੀ ਪੱਤਰਕਾਰਤਾ ਦੇ ਵਿੱਚ ਯੋਗਦਾਨ ਪਾਇਆ।
न्यूज़ लॉन्ड्री तो लैके दा वायर कारमा ਦੇ ਵਿੱਚ ਇਹਨਾਂ ਨੇ ਆਪਣੇ ਆਰਟੀਕਲ ਪਬਲਿਸ਼ ਕਰਦੇ ਰਹਿੰਦੇ ਨੇ ਤੇ ਇਹਨਾਂ ਦੀ ਜਿਹੜੀ ਕਿਤਾਬ ਆਈ ਹੈ ਉਹਦੇ ਉੱਪਰ ਆਪਾਂ ਅੱਜ ਚਰਚਾ ਕਰਨੀ ਹੈ ਤੇ ਮਨਦੀਪ ਹੁਣਿਆਂ ਦਾ ਐਸਐਫਐਸ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਨਿੱਘਾ ਸਵਾਗਤ ਕਰਦੇ ਹਾਂ। ਇਸ ਤੋਂ ਬਾਅਦ ਮੈਂ ਸਾਡੇ ਵਿਚਕਾਰ BKU ਕ੍ਰਾਂਤੀਕਾਰੀ ਦੇ ਪ੍ਰੈਜ਼ੀਡੈਂਟ ਸੁਰਜੀਤ ਸਿੰਘ ਫੂਲ ਉਹ ਮੌਜੂਦ ਨੇ ਤੇ ਉਹਨਾਂ ਨੂੰ ਵੀ ਮੈਂ ਬੇਨਤੀ ਕਰੂੰਗਾ ਕਿ ਉਹ ਰਾਈਟ ਤੇ ਆਉਣ। ਸੁਰਜੀਤ ਸਿੰਘ ਫੂਲ मतलब BKU ਕ੍ਰਾਂਤੀਕਾਰੀ ਦੇ ਪ੍ਰੈਜ਼ੀਡੈਂਟ ਨੇ ਤੇ ਆਪਣੇ ਸਟੂਡੈਂਟ ਜੀਵਨ ਤੋਂ ਲੈ ਕੇ ਹੁਣ ਤੱਕ ਆਪਣੀ ਜ਼ਿੰਦਗੀ ਦੇ ਵਿੱਚ ਅਲੱਗ-ਅਲੱਗ ਫਾਰਮ ਦੇ ਵਿੱਚ ਸਟਰਗਲ ਦੇ ਰੂਪ ਦੇ ਵਿੱਚ ਮਤਲਬ ਪੂਰਾ ਸਰਗਰਮ ਰਹੇ ਨੇ ਤੇ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸ਼ਹਾਦਤ ਵੀ ਸਹੇ ਨੇ ਤੇ ਲਗਾਤਾਰ ਕਿਸਾਨੀ ਨੂੰ ਲੈ ਕੇ ਇਹ ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ ਵੀ ਰਹੇ ਨੇ ਤੇ ਇੱਕ ਜਿਹੜੀ ਹੋਰ ਖਾਸ ਗੱਲ ਆ ਕਿ ਕਿਸਾਨੀ ਅੰਦੋਲਨ ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਹੋਰ ਵੱਡਾ ਅੰਦੋਲਨ ਲੜਿਆ ਗਿਆ ਜੀਰਾ ਸ਼ਰਾਬ ਫੈਕਟਰੀ ਦੇ ਖਿਲਾਫ ਤੇ ਉਹ ਅੰਦੋਲਨ ਨਿਰੋਲ ਕਿਸਾਨੀ ਦੇ ਨਾਲ ਸਿੱਧਾ ਜੁੜਿਆ ਹੋਇਆ ਨਹੀਂ ਸੀ ਫਿਰ ਵੀ ਮਤਲਬ ਕਿਸਾਨੀ ਨੇ ਉਹਦੀ ਅਗਵਾਈ ਕਰਦੇ ਹੋਏ ਤੇ ਉਹਨਾਂ ਦੇ ਆਗੂ ਭੂਮਿਕਾ ਦੇ ਵਿੱਚ ਸੁਰਜੀਤ ਸਿੰਘ ਫੂਲ ਉਹਨਾਂ ਦੀ ਜਿਹੜੀ ਪਾਰਟੀ BKU ਕ੍ਰਾਂਤੀਕਾਰੀ ਸੀ ਉਹਨਾਂ ਨੇ ਵੱਡੀ ਭੂਮਿਕਾ ਨਿਭਾਈ ਆ ਤੇ ਮੈਂ ਇਹਨਾਂ ਦਾ ਇੱਥੇ ਪਹੁੰਚਣ ਤੇ ਨਿੱਘਾ ਸਵਾਗਤ ਕਰਦਾ। ਇਸ ਤੋਂ ਇਲਾਵਾ ਸਾਡੇ ਵਿਚਕਾਰ ਹਰਿਆਣਾ ਤੋਂ BKU ਸ਼ਹੀਦ ਭਗਤ ਸਿੰਘ ਤੋਂ ਅਮਰਜੀਤ ਸਿੰਘ ਜੀ ਨੇ ਤੇ ਇਹਨਾਂ ਦੀ ਵੀ ਮਤਲਬ ਕਿਸਾਨੀ ਅੰਦੋਲਨ ਤੋਂ ਪਹਿਲਾਂ ਇਹ ਅਲੱਗ ਜਥੇਬੰਦੀ ਵਿੱਚ ਕੰਮ ਕਰਦੇ ਸੀ ਤੇ ਇਸ ਦੌਰਾਨ ਜਦੋਂ ਮਤਲਬ ਚੀਜ਼ਾਂ ਫਸੀਆਂ ਹੋਈਆਂ ਸੀਗੀਆਂ ਕਿਸਾਨੀ ਅੰਦੋਲਨ ਨੇ ਕਿੱਧਰ ਨੂੰ ਜਾਣਾ ਜਦੋਂ ਚੀਜ਼ਾਂ ਫਸੀਆਂ ਹੋਈਆਂ ਤਾਂ ਅੰਬਾਲੇ ਵਾਲੇ ਏਰੀਏ ਦੇ ਵਿੱਚ ਜਿਹੜੇ ਬੈਰੀਕੋਡ ਤੋੜਨ ਦਾ ਕੰਮ ਕਰਕੇ ਜਜ਼ਬਾ ਭਰਨ ਦਾ ਕੰਮ ਕੀਤਾ ਤਾਂ ਉਹ ਇਹਨਾਂ ਦੇ ਹਿੱਸੇ ਆਇਆ ਸੀ। ਨਿੱਘੇ ਤੌਰ ਤੇ ਸਵਾਗਤ ਕਰਦਾ ਤਾਂ ਇਸ ਤੋਂ ਇਹ ਸਾਰੀ ਚਰਚਾ ਦੇ ਲਈ ਤੇ ਮੈਂ ਸਭ ਤੋਂ ਪਹਿਲਾਂ ਸੁਰਜੀਤ ਸਿੰਘ ਫੂਲ ਜੀ ਨੂੰ ਕਹੂੰਗਾ ਕਿ ਉਹ ਆਪਣੀ ਗੱਲ ਅੱਗੇ ਰੱਖਣ ਤੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ। ਧੰਨਵਾਦ। ਤੇ ਇਸ ਤੋਂ ਇਲਾਵਾ ਮੈਂ SFS ਦੇ ਜਨਰਲ ਸੈਕਟਰੀ ਨੂੰ ਵੀ ਕਹੂੰਗਾ ਕਿ ਉਹ ਵੀ SFS ਵੱਲੋਂ ਆਪਣੀ ਗੱਲ ਰੱਖਣਗੇ ਤਾਂ SFS ਦੇ ਜਨਰਲ ਸੈਕਟਰੀ ਗਗਨ। सुरजीत सिंह फूल जी को मैं कहूँगा कि वो आके अपनी गल पत्रकार मनदीप पुनिया की किताब दिल्ली अंदोलन ते दिल्ली किसान अंदोलन पे दिल्ली अंदोलन जीरो ग्राउंड तो ਦੇ ਸੰਬੰਧ ਚ ਜਿਹੜਾ ਅੱਜ ਦਾ ਇਹ ਫੰਕਸ਼ਨ ਰੱਖਿਆ ਹੈ ਤੇ ਮੈਨੂੰ ਐਜ ਏ ਸਪੀਕਰ ਦੇ ਤੌਰ ਤੇ ਬੁਲਾਇਆ ਮੈਂ ਪ੍ਰਬੰਧਕਾਂ ਦਾ ਵੀ ਤੇ SFS ਦਾ ਇਸ ਗੱਲ ਦਾ ਧੰਨਵਾਦ ਕਰਦਾ ਤੇ ਨਾਲ ਹੀ ਜਿਹੜਾ ਇਸ ਕਿਤਾਬ ਦੀ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜੋ ਸਟੱਡੀ ਕੀਤੀ ਹੈ ਪੜ੍ਹਿਆ ਉਹਦੇ ਬਾਰੇ मेरी ਜਾਂ ਸਾਡੇ ਆਰਗੇਨਾਈਜੇਸ਼ਨ ਦੀ ਕੀ ਆਬਜ਼ਰਵੇਸ਼ਨ ਕੀ ਹੈ ਉਹਦੇ ਤੇ ਵੀ ਮੈਂ ਆਪਣੀ ਗੱਲ ਰੱਖਣੀ ਹੈ। ਪਹਿਲੀ ਗੱਲ ਤਾਂ ਇਹ ਹੈ ਵੀ ਕੋਈ ਵੀ ਜਿਹੜਾ ਪੱਤਰਕਾਰ ਹੈ ਲਿਖਾਰੀ ਹੈ ਕਿਤਾਬ ਦਾ ਲੇਖਕ ਹੈ ਉਸ ਨੇ ਉਹਦਾ ਡਿਊਟੀ ਜਾਂ ਉਹਦਾ ਪਹਿਲਾ ਕੰਮ ਹੁੰਦਾ ਵੀ ਧੁਰ ਅੰਦਰ ਜਾ ਕੇ ਕਿਸੇ ਅੰਦੋਲਨ ਦੇ ਉਹਦੀਆਂ ਹੇਠਲੀਆਂ ਪਰਤਾਂ ਤੱਕ ਜਾ ਕੇ ਫੈਕਟ ਇਕੱਠੇ ਕਰਨੇ ਹੁੰਦੇ ਆ ਜਿਹੜੇ ਕਿ ਸੱਚਾਈ ਦੀ ਪ੍ਰਤੀਨਿਧਤਾ ਕਰਦੇ ਹੋਣ ਉਹ ਫੈਕਟ ਉਹ ਤੱਥ ਇਕੱਠੇ ਕਰਕੇ ਜਨਤਾ ਸਾਹਮਣੇ ਪੇਸ਼ ਕਰਨੇ ਹੁੰਦੇ ਇਹਨਾਂ ਨੇ ਇਹ ਕੰਮ ਬੜਾ ਬਾਖੂਬੀ ਨਾਲ ਕੀਤਾ ਨਹੀਂ ਬਹੁਤੇ ਵੇਖੇ ਪੱਤਰਕਾਰ ਉਵੇਂ ਲੇਬਰ ਨਹੀਂ ਕਰਦੇ ਬਣਾਇਆ ਮਾਲ ਤਿਆਰ ਬਰ ਤਿਆਰ ਮਾਲ ਰੈਡੀਕੇਟ ਮਾਲ ਹੀ ਭਾਲਦੇ ਹੁੰਦੇ ਨੇ ਉਹਨਾਂ ਤੇ ਇਕੱਠਾ ਕਰ ਲੈਂਦੇ ਨੇ ਜਾਂ ਸੁਣੀਆਂ ਸੁਣਾਈਆਂ ਇਕੱਠੀਆਂ ਕਰਕੇ ਕਿਤਾਬਾਂ ਲਿਖ ਦਿੰਦੇ ਨੇ ਪਰ ਇਹਨਾਂ ਨੇ ਜਿਹੜੀ ਸਾਰੀ ਕਿਤਾਬ ਨੂੰ ਜਦੋਂ ਤੁਸੀਂ ਦੇਖੋਗੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਧੁਰ ਅੰਦਰ ਜਾ ਕੇ ਆਪ ਸਾਰੇ ਅੰਦੋਲਨ ਦੇ ਦੌਰਾਨ 13 ਮਹੀਨੇ ਜਿਹੜਾ ਅੰਦੋਲਨ ਚੱਲਿਆ ਲਗਾਤਾਰ ਅਸੀਂ ਉਹਨਾਂ ਨੂੰ ਇਹਨਾਂ ਨੂੰ ਇੱਕ ਪਰਛਾਵੇਂ ਦੀ ਤਰ੍ਹਾਂ ਉੱਥੇ ਅੰਦੋਲਨ ਦੇ ਵਿੱਚ ਦੇਖਦੇ ਰਹੇ ਆ ਕੱਲਾ ਆਗੂਆਂ ਨਾਲ ਸਾਰੀਆਂ ਟ੍ਰੈਂਡਾਂ ਦੇ ਜਿਹੜੇ ਆਗੂ ਸੀਗੇ ਉਹਨਾਂ ਨਾਲ ਹੀ ਨਹੀਂ ਜਿੱਥੇ ਵੀ ਹਰ ਥਾਂ ਤੇ ਹਰ ਜਿਹੜਾ ਉੱਥੇ ਬਣ ਗਈ ਸੀਗੇ ਹਰ ਰੰਗ ਦਾ ਜਿਹੜੇ ਉੱਥੇ ਅੰਦੋਲਨਕਾਰੀ ਸੀਗੇ
ਉਹਨਾਂ ਨਾਲ ਇਹਨਾਂ ਨੇ ਮੁਲਾਕਾਤਾਂ ਕੀਤੀਆਂ। ਮੈਨੂੰ ਤਾਂ ਲੱਗਦਾ ਲੀਡਰ ਤਾਂ ਕੋਈ SKM ਦਾ ਰਿਹਾ ਹੀ ਨਹੀਂ ਹੋਣਾ ਜਿਹੜਾ ਇਹਨਾਂ ਦੀ ਮੁਲਾਕਾਤ ਤੋਂ ਬਾਹਰ ਰਿਹਾ ਹੋਵੇ, ਇੰਟਰਵਿਊ ਤੋਂ ਬਾਹਰ ਰਿਹਾ ਹੋਵੇ। ਇੱਥੋਂ ਤੱਕ ਕਿ ਵੀ ਜਦੋਂ ਟਕਰਾਅ ਵਾਲੇ ਜਿਹੜੇ ਖਾਸ ਕਰਕੇ ਮੈਂ ਨੋਟ ਕਰਾਉਣਾ ਚਾਹੂੰਗਾ, ਉਹਦਾ ਕਹਿਣਾ ਚਾਹੂੰਗਾ, ਟਕਰਾਅ ਵਾਲੇ ਜਿਹੜੇ ਮੌਕੇ ਆਏ ਨੇ, ਉਦੋਂ ਜਾ ਕੇ ਟਕਰਾਅ ਦੇ ਵਿੱਚ ਜਾ ਕੇ ਸਾਰੀ ਰਿਪੋਰਟ ਇਕੱਠੀ ਕਰਨੀ, ਉਹ ਜਿਹੜੇ ਸਾਰੀ ਰੀਅਲ ਪਿਕਚਰ ਹੈ ਕਿ ਜਿਹੜੀ, ਕਿਉਂਕਿ ਆਮ ਕਰਕੇ ਸਟੇਟ ਦਾ ਹੁੰਦਾ ਜਾਂ ਜਿਹੜਾ ਸਟੇਟ ਦਾ ਪੱਖੀ ਮੀਡੀਆ ਹੁੰਦਾ, ਉਹ ਸੱਚਾਈ ਨੂੰ ਹਮੇਸ਼ਾ ਛੁਪਾਉਂਦਾ ਹੁੰਦਾ ਲੋਕਾਂ ਤੋਂ। ਇਹਨਾਂ ਨੇ ਇਹ ਕੰਮ ਆਪਣੇ ਸਰੀਰ ਤੇ ਤਸ਼ੱਦਦ ਸਹਿ ਕੇ ਵੀ, ਝੂਠਾ ਪੁਲਿਸ ਕੇਸ ਸਹਿ ਕੇ ਵੀ, ਜੇਲ੍ਹ ਯਾਤਰਾ ਕਰਕੇ ਵੀ ਇਹ ਕੰਮ ਬਾਖੂਬੀ ਨਿਭਾਇਆ। ਖਾਸ ਕਰਕੇ 26 ਜਨਵਰੀ ਵਾਲੀ ਘਟਨਾ ਤੋਂ ਬਾਅਦ ਜਦੋਂ 27, 28 ਤੇ 29 ਜਨਵਰੀ ਵਾਲੇ ਜਿਹੜੇ 3 ਦਿਨ ਸੀ ਅੰਦੋਲਨ ਦੇ, ਜਦੋਂ ਉਹਨਾਂ ਨੇ ਮੋੜਵਾ ਅਟੈਕ ਸਟੇਟ ਨੇ ਬਹੁਤ ਪਲੈਨਿੰਗ ਨਾਲ ਵਿੱਢਿਆ ਸੀਗਾ। ਗਾਜੀਪੁਰ ਵਾਲਾ 27 ਤਰੀਕ ਨੂੰ ਤਾਂ ਇਹ ਸਮਝ ਲਓ ਵੀ 27 ਦੀ ਇਸ ਕਰਕੇ ਮਹਾਨਤਾ ਹੈਗੀ ਆ ਦਿਨ ਦੀ, ਵੀ ਉਹਦੇ ਸਿੰਘੂ ਬਾਰਡਰ ਤੋਂ ਜੋ ਜਿਹੜਾ ਸਾਰੀਆਂ ਸਪੀਚਾਂ ਹੋਈਆਂ ਨੇ ਉਹ 26 ਨਾਲ ਜੋੜ ਕੇ ਉਹ ਵੀ ਇਹਨਾਂ ਨੇ ਸਾਰੀਆਂ ਰਿਕਾਰਡ ਕੀਤੇ ਗਏ ਨੇ ਕੱਲੇ ਕੱਲੇ ਸਪੀਕਰ ਦੀ। ਉਸ ਤੋਂ ਬਾਅਦ 28 ਨੂੰ ਫਿਰ ਗਾਜੀ ਬਾਰਡਰ ਤੋਂ ਉਠਾਉਣ ਦੀ ਕੋਸ਼ਿਸ਼ ਕੀਤੀ ਹੈ, ਜਿੱਥੇ ਸਾਡੇ ਜਿਹੜੇ ਖਾਸ ਕਰਕੇ ਉੱਤਰਾਖੰਡ ਦਾ, ਯੂਪੀ ਦਾ ਜਿਹੜਾ ਸਾਡਾ ਪੰਜਾਬੀ ਭਾਈਚਾਰਾ ਸੀਗਾ, ਉਹ ਦ੍ਰਿੜਤਾ ਨਾਲ ਮੂਹਰੇ ਲੱਗਿਆ। ਰਕੇਸ਼ ਟਕੈਤ ਜਿਹਨੂੰ ਹੱਲਾਸ਼ੇਰੀ ਦਿੱਤੀ ਵੀ ਤੁਸੀਂ ਗ੍ਰਿਫਤਾਰ ਨਹੀਂ ਹੋਣਾ, ਸਾਡੀਆਂ ਲਾਸ਼ਾਂ ਉੱਤੋਂ ਦੀ ਆ ਕੇ ਤੁਹਾਨੂੰ ਗ੍ਰਿਫਤਾਰ ਕਰਨਗੇ, ਤਾਂ ਉਹਨਾਂ ਦਾ ਵੀ ਹੌਸਲਾ ਵਧਿਆ, ਉਹ ਵੀ ਡਟ ਗਏ, ਜਿਹਦੇ ਕਰਕੇ ਉਹ ਜਿਹੜਾ ਹਮਲਾ ਸੀਗਾ BJP ਪਲੱਸ ਜਿਹੜੀ ਪ੍ਰਸ਼ਾਸਨ ਤੇ ਪੁਲਿਸ ਦਾ ਰਲਵਾ ਹਮਲਾ ਸੀ, ਉਹ ਪਛਾੜਿਆ ਗਿਆ। ਉਹ ਇਹਨਾਂ ਨੇ ਬਾਖੂਬੀ ਨੋਟ ਕੀਤਾ। ਉਦੋਂ ਗਾਹਾਂ ਜਿਹੜਾ 29 ਤਰੀਕ ਨੂੰ ਜਿਹੜਾ ਹੋਰ ਵੀ ਸੀਰੀਅਸ ਹਮਲਾ ਸੀਗਾ, ਸੀਰੀਅਸ ਜਿਹੜਾ ਸਿੰਘੂ ਬਾਰਡਰ ਤੇ ਆ ਕੇ ਪੁਲਿਸ ਨੇ ਤੇ ਜਿਹੜੇ BJP ਦੇ ਬੰਦੇ ਸੀਗੇ, ਉਹਨਾਂ ਨੇ ਰਲ ਕੇ ਜਿਹੜੇ ਪੈਟਰੋਲ ਬੰਬ ਸੀਗੇ ਉਹਨਾਂ ਨਾਲ ਆ ਕੇ ਸਿੰਘੂ ਬਾਰਡਰ ਦੀ ਸਟੇਜ ਤੇ ਹਮਲਾ ਕੀਤਾ, ਜਿਹੜੀ ਪੰਨੂ ਪੰਧੇਰ ਵਾਲਿਆਂ ਦੀ ਅਗਵਾਈ ਦੇ ਵਿੱਚ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਦੇ ਵਿੱਚ ਸਟੇਜ ਸੀਗੀ। ਤੇ ਉਹਨਾਂ ਦਾ ਇਸ ਇਰਾਦੇ ਨਾਲ ਆਏ ਸੀਗੇ ਉਹ ਵੀ ਇਹਨਾਂ ਨੂੰ ਅੱਜ ਇੱਥੋਂ ਖਦੇੜ ਦੇਣਾ, ਕੁਛ ਵੀ ਹੋ ਜਾਏ। ਬਹੁਤ ਉਹਨਾਂ ਨੇ ਡਟ ਕੇ ਟੱਕਰਾ ਕੀਤਾ, ਤਾਂ ਇਹਨਾਂ ਨੇ ਜਾ ਕੇ ਉਸ ਨੂੰ ਕਵਰੇਜ ਕੀਤੀ ਉਹਦੀ। ਇਹਨਾਂ ਦਾ ਮੋਬਾਈਲ ਵੀ ਜਦੋਂ ਵਿੱਚ ਜਾ ਵੜਿਆ, ਇਹਨਾਂ ਨੇ ਖਾਸ ਕਰਕੇ ਜਿਹੜੇ BJP ਦੇ ਬੰਦੇ ਸੀਗੇ ਉਹਨਾਂ ਨੂੰ ਇਹਨਾਂ ਨੇ ਆਪਦੇ ਕੈਮਰੇ 'ਚ ਬੰਦ ਕਰਕੇ ਉਹਨਾਂ ਨੂੰ ਜ਼ਿਕਰ ਕੀਤਾ ਵੀ ਇਹ BJP ਦੇ ਫਲਾਣੇ ਬਲਾਕ ਦੇ ਫਲਾਣੇ ਅਹੁਦੇਦਾਰ ਹੈ, ਇਹ ਆ ਕੇ ਵਿੱਚ ਮੂਹਰੇ ਜਿਹੜਾ ਅਟੈਕ ਕਰਨ ਦੇ ਵਿੱਚ ਸ਼ਾਮਲ ਸੀਗੇ। ਉਹ ਮੇਰਾ ਖਿਆਲ ਹੈ ਕੋਈ ਇਹੋ ਜਿਹੇ ਮੌਕੇ ਤੇ ਉਹਨਾਂ ਨੂੰ ਐਕਸਪੋਜ਼ ਕਰਨਾ, ਵਿੱਚ ਜਾ ਕੇ ਕੁੱਟ ਵੀ ਖਾਧੀ, ਬੇਤਹਾਸ਼ਾ ਕੁੱਟ, ਕੈਮਰਾ ਵੀ ਇਹਨਾਂ ਦਾ ਖੋਹ ਲੈਣਾ ਸੀਗਾ। ਚਲੋ ਇਹਨਾਂ ਦੀ ਹੁਸ਼ਿਆਰੀ ਸਮਝੋ ਵੀ ਇਹਨਾਂ ਨੇ ਵਗਾ ਕੇ ਉਹ ਕੈਮਰਾ ਮਾਰਤਾ, ਜਿਹਦੇ ਨਾਲ ਕਰਕੇ ਆਪਣੇ ਬੰਦਿਆਂ ਕੋਲੇ ਆ ਗਿਆ, ਰਿਕਾਰਡਿੰਗ ਸਾਰੀ ਬਚ ਗਈ, ਨਹੀਂ ਉਹ ਸਾਰੀ ਰਿਕਾਰਡਿੰਗ ਵੀ ਨਹੀਂ ਰਹਿਣੀ ਸੀ, ਉਹ ਸਾਰੀ ਡਿਲੀਟ ਹੋ ਜਾਣੀ ਸੀ। ਸੋ ਇਸ ਕਰਕੇ ਇਹ ਤਾਂ ਮੈਨੂੰ ਟਾਈਮ ਦੱਸ ਦਿਓ, ਮੈਂ ਉਸ ਹਿਸਾਬ ਨਾਲ ਆਪਣੀ ਗੱਲ ਕਵਰ ਕਰਨਾ ਜਿਹੜੇ ਪ੍ਰਬੰਧਕ ਹੈ, ਕਿਉਂਕਿ ਹਾਂਜੀ ਕਿੰਨਾ ਟਾਈਮ, ਚਲੋ ਜੀ ਠੀਕ ਹੈ ਜੀ। ਮੋਨੇ ਫਿਰ ਹੈ ਨਾ ਆਪਣਾ ਇਹਨਾਂ ਨੇ ਮਤਲਬ ਉਹ ਤਾਂ ਮੈਂ ਇਹ ਜਿਹੜੀਆਂ 3-4 ਸਾਲਾਂ ਦਿੱਤੀਆਂ, ਇਹਨਾਂ ਦੀ ਜਿਹੜੀ ਇੱਕ ਪੱਤਰਕਾਰ ਦੀ ਡਿਊਟੀ ਹੁੰਦੀ ਹੈ, ਜੰਗਾਂ ਦੇ ਵਿੱਚ ਵੀ ਪੱਤਰਕਾਰ ਜਾ ਕੇ ਮੌਤ ਦਾ ਸ਼ਿਕਾਰ ਵੀ ਹੋ ਜਾਂਦੇ ਨੇ, ਉਹ ਕਵਰੇਜ ਕਰਦੇ। ਉਹ ਇਹ ਜੀ ਇਹਨਾਂ ਦੀ ਉਹ ਸਮਝ ਲਓ ਵੀ ਜੰਗ ਦੇ ਵਿੱਚੋਂ ਹੀ ਜਾ ਕੇ ਗਰਾਊਂਡ ਜ਼ੀਰੋ ਰਿਪੋਰਟ ਤੋਂ, ਜਿਹੜੀ ਗਰਾਊਂਡ ਜ਼ੀਰੋ ਤੋਂ ਰਿਪੋਰਟ ਇਕੱਠੇ ਕਰਨ ਵਾਲਾ ਕੰਮ ਕੀਤਾ। ਉਦੋਂ ਅੱਗੇ ਆ ਜਾਂਦੀ ਹੈ ਗੱਲ, ਉਹਨਾਂ ਤੱਥਾਂ ਨੂੰ ਇਕੱਠੇ ਕਰਕੇ ਉਹਦੇ ਆਧਾਰ ਤੇ ਤੁਸੀਂ ਸਿਰਜਣਾ ਹੁੰਦੀ ਆ, ਕੋਈ ਆਪਣਾ ਵਰਤਾਂਤ ਸਿਰਜਣਾ, ਨਰੇਟਿਵ ਸਿਰਜਣਾ, ਕਿਤਾਬ ਸਿਰਜਣੀ ਆ, ਆਪਣੇ ਕਿਤਾਬ ਦੀ ਉਸਾਰੀ ਕਰਨੀ ਹੈ। ਉਹ ਠੀਕ ਹੈ, ਹਰੇਕ ਬੰਦੇ ਦਾ ਇੰਡੀਪੈਂਡੈਂਟ ਹੁੰਦਾ, ਹਰੇਕ ਲੇਖਕ ਦਾ ਇੰਡੀਪੈਂਡੈਂਟ ਹੁੰਦਾ, ਉਹ ਆਪਦੇ ਤੱਥਾਂ ਦੇ ਹਿਸਾਬ ਨਾਲ ਆਪਣਾ ਸਾਰਾ ਵਰਤਾਂਤ ਸਿਰਜਦਾ ਆਪਣੀ ਲਿਖਤ ਦੇ ਵਿੱਚ, ਕਿਤਾਬ ਦੇ ਵਿੱਚ। ਇਹ ਗੱਲਾਂ ਇਹਨਾਂ ਨੇ ਨਹੀਂ ਸਿਰਜਿਆ। ਇਹ ਤੋਂ ਪਹਿਲਾਂ ਮੈਂ ਸਮਝਦਾ ਵੀ ਦਰਜਨ ਤੋਂ ਉੱਪਰ ਕਿਤਾਬਾਂ ਇਸ ਅੰਦੋਲਨ ਤੇ ਆ ਚੁੱਕੀਆਂ ਨੇ, ਜਿਨ੍ਹਾਂ ਦੇ ਵਿੱਚ ਜਿਹੜੇ ਕੁਝ ਕਿਸਾਨ ਜਥੇਬੰਦੀਆਂ ਦੇ ਲੀਡਰ ਵੀ ਹੈ। AIKS ਹੈ, ਕਿਸਾਨ ਸਭਾ ਦੇ ਮਹਾਰਾਸ਼ਟਰ ਦੇ ਲੀਡਰ ਅਸ਼ੋਕ ਧਾਵਲੇ, ਉਹਨਾਂ ਦੀ ਕਿਤਾਬ ਆਈ ਹੈ ਇੱਕ, ਕਾਫੀ ਸਮਾਂ ਹੋ ਗਿਆ ਉਹਦਾ SKM ਦੇ ਲੀਡਰਾਂ ਨੇ ਉਦਘਾਟਨ ਵੀ ਕੀਤਾ ਉਹਦਾ। ਤੇ ਉਸ ਤੋਂ ਬਿਨਾਂ ਕਿਰਤੀ ਕਿਸਾਨ ਯੂਨੀਅਨ ਵਾਲੀ ਧਿਰ ਹੈ ਪੰਜਾਬ ਦੀ, ND ਵਾਲੀ ਧਿਰ ਕਹਿ ਦਿੰਦੇ, ਉਹਨਾਂ ਨੇ ਵੀ ਇੱਕ ਕਿਤਾਬ ਲਿਆਂਦੀ ਹੈ। ਤੇ ਮਤਲਬ ਦਰਜਨ ਤੋਂ ਉੱਪਰ ਕਿਤਾਬਾਂ ਆ ਗਈਆਂ ਤੇ ਕਿਤਾਬਾਂ ਆਉਣੀਆਂ ਨੇ।
ਮੈਨੂੰ ਲੱਗਦਾ ਵੀ ਇਹਦੇ ਵੀ ਇਕੱਲੇ ਕਿਤਾਬਾਂ ਨਾਲ ਮੁੱਕ ਜਾਣਾ, ਇਹਦੇ ਤੇ ਕਾਫੀ ਸਮਾਂ ਇਹਦੇ ਤੇ ਜਿਹੜੀ ਸਰਚਾਂ ਹੁੰਦੀਆਂ ਰਹਿਣਗੀਆਂ, PhDਆਂ ਹੋਣੀਆਂ ਨੇ ਇਹ ਦਿੱਲੀ ਵਾਲੇ ਅੰਦੋਲਨ ਤੇ, ਜਿੱਡੀ ਵੱਡੀ ਇਹਦੀ ਇਤਿਹਾਸਕ ਮਹੱਤਤਾ ਹੈਗੀ। ਜਦੋਂ ਇਹਨਾਂ ਦਾ ਗਾਹਾਂ ਦਾ ਸਾਰਾ ਇਹ ਸਮਝ ਲਓ ਵੀ ਆਪਣਾ ਨਿਰਣਾ ਪੇਸ਼ ਕੀਤਾ, ਨਿਚੋੜ ਪੇਸ਼ ਕੀਤਾ ਸਾਰੇ ਤੱਥਾਂ ਦੇ ਆਧਾਰ ਤੇ, ਉਹ ਬੈਲੈਂਸਡ ਹੈ, ਕੋਈ ਇੱਕ ਪਾਸੜ ਨਹੀਂ। ਦੋਨੇ ਉਹਦੇ ਸਾਰੇ ਤਰ੍ਹਾਂ ਦੇ ਉਹਦੇ ਚ ਰੰਗ ਨੇ। ਘੋਲ ਨੂੰ ਇਹਨਾਂ ਨੇ ਇੱਕ ਇਤਿਹਾਸਕ ਜਿੱਤ ਦੇ ਤੌਰ ਤੇ ਉਹਨੂੰ ਪ੍ਰੋਜੈਕਟ ਕੀਤਾ, ਉਭਾਰਿਆ। ਹਿਸਟੋਰੀਕਲ ਵਿਕਟਰੀ ਹੈ ਇਹ ਜਿਹੜਾ ਦਿੱਲੀ ਵਾਲਾ ਕਿਸਾਨ ਅੰਦੋਲਨ ਹੈ। ਠੀਕ ਹੈ, ਉਹਦੇ ਵਿੱਚ ਕੁਝ ਜਿਹੜੀਆਂ ਪ੍ਰਾਪਤੀਆਂ ਜਿੰਨੀਆਂ ਹੈਗੀਆਂ ਨੇ ਉਹ ਵੀ ਹੈ, ਲੀਡਰਾਂ ਦੀਆਂ ਵੀ ਜਿਹੜੀਆਂ ਪ੍ਰਾਪਤੀਆਂ ਹੈਗੀਆਂ ਉਹ ਵੀ ਬਾਈ ਨੇ ਦੱਸੀਆਂ ਵੀ ਆਹ ਲੀਡਰ ਦੀ ਆਹ ਪ੍ਰਾਪਤੀ ਹੈ। ਚੱਲ ਜੇ ਕਿਸੇ ਲੀਡਰ ਤੋਂ ਕੋਈ ਕਮੀ ਰਹੀ ਹੈ ਤਾਂ ਕਮੀ ਨੂੰ ਵੀ ਪਿੰਨ ਪੁਆਇੰਟ ਕੀਤਾ, ਚਿੰਨ੍ਹਿਤ ਕੀਤਾ ਉਹਨੂੰ। ਸੋ ਇਸੇ ਕਰਕੇ ਅਸੀਂ ਕਹਿੰਦੇ ਆ ਵੀ ਉਹ ਬੈਲੈਂਸਡ ਹੈ, ਕਿਉਂਕਿ ਇੱਕ ਪਾਸੜ ਰਿਪੋਰਟ ਉਹੀ ਹੁੰਦੀ ਹੈ ਜਿਹਨੂੰ ਕੋਈ ਪਸੰਦ ਨਹੀਂ ਕਰਦਾ ਹੁੰਦਾ, ਵੀ ਜਾਂ ਤਾਂ ਫਿਰ ਤੁਸੀਂ ਸਾਰੀ ਕਾਲੀ ਕੁੱਚੀ ਵੇਚ ਦਿਓ ਸਾਰੇ ਕਾਸੇ ਤੇ ਵੀ ਕੁਝ ਵੀ ਇਹਦੇ ਵਿੱਚ ਪੋਜ਼ਿਟਿਵ ਨਹੀਂ, ਇੱਕ ਪਾਸੜ ਕਾਲੀ ਕੁੱਚੀ, ਜਾਂ ਫਿਰ ਉਹਦਾ ਉਲਟ ਸਿਰਾ ਵੀ ਹੁੰਦਾ ਇੱਕ ਉਸੇ ਬੁਰਾਈ ਦੇ ਵੀ ਸਾਰੇ ਦੇ ਤੁਸੀਂ ਗੁਣੀ ਗਾਈ ਜਾਓ ਵੀ ਭਾਈ ਇਹ ਜਾਂ ਤਾਂ ਬਸ ਨਾ ਦੁਨੀਆ ਤੇ ਦੇਖਿਆ ਨਾ ਹੋਣਾ, ਧੰਨ ਹੈ ਉਹ ਲੀਡਰ, ਧੰਨ ਹੈ ਉਹ SKM, ਸਾਰੇ ਤੁਸੀਂ ਉਹਦਾ ਗੁਣ ਗਾਣ ਹੀ ਮਹਿਮਾ ਹੀ ਗਾਈ ਜਾਓ, ਤੁਸੀਂ ਮਹਿਮਾ ਗਾਣ ਕਰੀ ਜਾਓ, ਇੱਕ ਇਹ ਪੱਖ ਹੁੰਦਾ। ਪਰ ਇਹਨਾਂ ਨੇ ਨਾ ਮਹਿਮਾ ਗਾਣ ਕੀਤਾ ਤੇ ਨਾ ਕਾਲੀ ਕੁੱਚੀ ਫੇਰੀ ਹੈ। ਇਸੇ ਕਰਕੇ ਬੈਲੈਂਸਡ ਜਿਹੜੀ ਅਪਰੋਚ ਰੱਖ ਕੇ ਉਹ ਜਿਹੜੀ ਕਿਤਾਬ ਲਿਖੀ ਗਈ ਆ, ਉਹਦੀਆਂ ਪ੍ਰਾਪਤੀਆਂ ਜਿਹੜੀਆਂ ਘੋਲ ਦੀਆਂ ਉਹ ਉਹਦੇ ਵਿੱਚ ਦਿਖਾਈਆਂ ਗਈਆਂ। ਉਸ ਤੋਂ ਗਾਹਾਂ ਠੀਕ ਹੈ, ਇਹਦੇ ਤੇ ਮੈਨੂੰ ਲੱਗਦਾ ਵੀ ਹਜੇ ਰਿਲੀਜ਼ ਹੋਈ ਨਹੀਂ। ਆਪਣਾ ਪੰਜਾਬੀ ਵਾਲੀ ਵੱਧ ਜਿਹੜੇ ਡਿਮਾਂਡ ਹੈ ਪੰਜਾਬ ਦੇ ਵਿੱਚ, ਹਜੇ ਇਹਨਾਂ ਦੀਆਂ ਇੰਟਰਵਿਊ ਜਾਂਦੀਆਂ ਨੇ। ਪ੍ਰੋ ਪੰਜਾਬ ਵਾਲਾ ਯਾਦਵਿੰਦਰ ਕਰਖੂ ਨਾਲ ਇੰਟਰਵਿਊ ਹੋਈ ਆਈ ਹੈ ਇੱਕ, ਜਾਂ ਹੋਰ ਇੱਕ ਦੀ ਇੰਟਰਵਿਊ ਹੋਣੀ ਹੈ। ਇੰਟਰਵਿਊ ਦੇ ਲੋਕਾਂ ਨੇ ਨਕਸ਼ਾ ਜਿਹਾ ਬਣਾਇਆ ਵੀ ਕੀ ਕੁਝ ਹੋਊਗਾ, ਬੜੀ ਉਤਸੁਕਤਾ ਹੈਗੀ ਹੈ ਜਾਣਨ ਦੀ। ਕਿਤਾਬ ਇਹਨਾਂ ਨੇ ਸਾਥੋਂ ਪੁੱਛਿਆ ਸੀਗਾ ਵੀ ਕਿੰਨੀ ਕੁ ਕਿਤਾਬ ਲੱਗ ਜੂ, ਅਸੀਂ ਆਖਿਆ ਵੀ ਜਿੰਨੇ ਬੰਦੇ ਸਾਨੂੰ ਮੰਗ ਰਹੇ ਆ, ਬੜੀ ਤੱਤੀ ਨਾਲ ਮੰਗ ਰਹੇ ਆ ਵੀ ਤੁਸੀਂ ਲੇਟ ਕਿਉਂ ਕਰੀ ਜਾਂਦੇ, ਪ੍ਰੋਬਲਮ ਕੀ ਆ ਸਾਨੂੰ ਦੱਸ ਦਿਓ, ਅਸੀਂ ਤੁਹਾਡੀ ਹੱਲ ਕਰ ਦਿੰਦੇ ਆ। ਤਾਂ 500 ਕਿਤਾਬ ਉਹ ਕਹਿੰਦੇ ਵੀ ਪਹਿਲੀ ਕਿਸ਼ਤ ਦੇ ਵਿੱਚ ਅਸੀਂ 500 ਕਿਤਾਬ ਤਾਂ ਅਸੀਂ ਚੱਕਣ ਨੂੰ ਤਿਆਰ ਹਾਂ ਇਕੱਲੀ ਆਰਗੇਨਾਈਜ਼ ਕਰਨ ਨੂੰ। ਸੋ ਬਾਕੀ ਹਲਕਿਆਂ ਦੇ ਵਿੱਚ ਵੀ ਚਰਚਾ ਤੇ ਵਿਰੋਧੀਆਂ ਵਿੱਚ ਵੀ ਚਰਚਾ। ਮੈਂ ਤਾਂ ਹੈਰਾਨ ਆ, ਅੱਜ ਇੱਕ SKM ਦਾ ਪੰਜਾਬ ਦਾ ਗਰੁੱਪ ਹੈ ਸਾਡਾ, ਉਹਦੇ ਵਿੱਚ ਇੱਕ ਬੰਦੇ ਨੇ ਲਿਖਿਆ, ਆ ਜਦੋਂ ਅਸੀਂ ਪੇਜ ਤੇ ਪਾਇਆ ਨਾ ਚਲਾ ਤੁਹਾਡਾ ਪੋਸਟਰ ਵੀ ਇਹਦੇ ਡਿਸਕਸ਼ਨ ਹੋ ਰਹੀ ਹੈ, ਕਿਤਾਬ ਤੇ ਚਰਚਾ ਹੋ ਰਹੀ ਹੈ, ਤਾਂ ਉਹ ਬੰਦੇ ਨੇ ਲਿਖਿਆ, ਕਹਿੰਦਾ ਸੰਯੁਕਤ ਕਿਸਾਨ ਮੋਰਚੇ ਵਾਲੇ ਆਗੂਓ ਤਗੜੇ ਹੋ ਜਾਓ, ਤੁਹਾਨੂੰ ਅੱਜ ਤੇਲ ਦਿੱਤਾ ਜਾਊਗਾ। ਕੀ ਹੈ ਵੀ ਕਹਿੰਦਾ ਭਾਵੇਂ ਅਟੈਕ ਹੋਊ ਤੁਹਾਡੇ ਤੇ, ਜਦੋਂ ਪਹਿਲੇ ਇੱਕ ਤਰ੍ਹਾਂ ਦਾ ਤੁਸੀਂ ਉਹ ਜਿਹਾ ਨਰੇਟਿਵ ਬਣਾ ਦਿਓ ਵੀ ਭਾਈ ਉਹਨਾਂ ਨੂੰ ਤਾਂ ਤੇਲ ਹੀ ਦੇਣਾ, ਉਹਨਾਂ ਦਾ ਮਨ ਹੀ ਲਾਉਣਾ, ਬਸ ਭਾਵੇਂ ਤੁਸੀਂ ਸੁਣ ਲਓ ਨਾ ਸੁਣ ਲਓ, ਜਾਵੜੋ ਨਾ ਜਾਵੜੋ, ਇੱਕ ਬਰਾਬਰ ਹੈ। ਸੋ ਇਸ ਕਰਕੇ ਮੈਂ ਕਹਿੰਦਾ ਵੀ ਉਦੋਂ ਗਾਹਾਂ ਸਾਰੇ ਲੋਕਾਂ ਨੇ ਦੇਖਣਾ ਹੁੰਦਾ। ਮੰਨ ਲਓ ਜਿਹੜੇ ਫੈਕਟ ਹੈਗੇ, ਪਹਿਲੀ ਗੱਲ ਤਾਂ ਹੈਗੀ ਜੇ ਕੋਈ ਫੈਕਟ ਦੀ ਕੋਈ ਲੇਖਕ ਹੈ ਜਿਹੜਾ ਜਾਂ ਲਿਖਾਰੀ ਹੈ, ਫੈਕਟਾਂ ਦੀ ਡਿਸਟੋਰਸ਼ਨ ਕਰਦਾ, ਭੰਨ ਤੋੜ ਕਰਕੇ ਪੇਸ਼ ਕਰਦਾ ਫੈਕਟਾਂ ਨੂੰ, ਮੈਂ ਕਹਿੰਦਾ ਉਹ ਆਪਦੇ ਧਰਮ ਦੇ ਵੀ ਉਲਟ ਹੈ, ਉਹ ਮਨੁੱਖਤਾ ਦੇ ਵੀ ਉਲਟ ਹੈ। ਫੈਕਟ ਸਹੀ ਕਰੇ, ਉਹਨਾਂ ਫੈਕਟਾਂ 'ਚੋਂ ਕੋਈ ਨਿਰਣਾ ਜੋ ਮਰਜ਼ੀ ਕੱਢ ਲੇ, ਉਹ ਲੋਕ ਦੇਖ ਲੈਣਗੇ ਵੀ ਇਹਨਾਂ ਫੈਕਟਾਂ ਮੁਤਾਬਕ ਇਹੀ ਵਰਤਾਂਤ ਬਣਦਾ ਸੀ, ਇਹੀ ਨਿਰਣਾ ਬਣਦਾ ਸੀਗਾ, ਜਾਂ ਕੋਈ ਵੱਖਰਾ ਬਣਦਾ। ਆਪੇ ਲੋਕ ਹੈ ਜਿਹੜੇ ਲੋਕਾਂ ਨੇ, ਲੱਖਾਂ ਲੋਕਾਂ ਨੇ ਉਸ ਘੋਲ ਨੂੰ ਹਟਾਇਆ ਆਪਣੇ ਪਿੰਡੇ ਤੋਂ। ਇਹ ਕਹਿੰਦੇ ਨੂੰ ਫਿਲਮ ਦੇ ਕਹਿਣ ਦਾ ਭਾਵ ਇਹਨਾਂ ਦਾ ਫਿਲਮ ਡਾਕੂਮੈਂਟਰੀ ਕਰਤੀ, ਉਹਦੀ ਫਿਲਮ ਦੇ ਪਾਤਰ ਤਾਂ ਉਹੀ ਹੈ ਨਾ ਜਿਨ੍ਹਾਂ ਨੇ ਸਾਲ ਭਰ ਆਪਣੇ ਪਿੰਡਾਂ ਤੇ ਹਟਾਇਆ, ਜਿਨ੍ਹਾਂ ਨੇ ਉਹ ਵੇਖ ਲੈਣਗੇ, ਜਿਨ੍ਹਾਂ ਨੇ ਆਪਣੇ ਪਿੰਡਾਂ ਤੇ ਹਟਾਇਆ, ਫਿਲਮ ਦੇ ਪਾਤਰ ਹੈ ਜਿਹੜੇ ਵੀ ਠੀਕ ਹੈ ਸਾਡੇ ਅਨੁਸਾਰ ਹੀ ਜਿਹੜਾ ਅਸੀਂ ਹਟਾਇਆ, ਉਹਦੇ ਹਿਸਾਬ ਹੀ ਪੇਸ਼ਕਾਰੀ ਹੋਈ ਹੈ ਜਾਂ ਕੋਈ ਵੱਖਰੀ ਹੋਈ ਹੈ। ਸੋ ਇਸ ਕਰਕੇ ਜੇ ਕਿਸੇ ਨੇ ਗਲਤ ਪੇਸ਼ਕਾਰੀ ਹੋਈ ਤਾਂ ਲੋਕ ਕਹਿ ਦੇਣਗੇ ਵੀ ਗਲਤ ਕੀਤੀ ਹੈ, ਜੇ ਸਹੀ ਹੋਈ ਤਾਂ ਸਹੀ ਕਹਿ ਦੇਣਗੇ। ਪਹਿਲੇ ਹੀ ਘਬਰਾਉਣ ਦੀ ਕੀ ਲੋੜ ਹੈ ਵੀ ਭਾਈ ਉਹ ਤਾਂ ਪੇਸ਼ਕਾਰੀ ਗਲਤ ਹੀ ਕਰਨਗੇ ਉਹ। ਸੋ ਇਸ ਕਰਕੇ ਇਹ ਜਿਹੜਾ ਹੈਗਾ ਨਾ ਤੰਗ ਨਜ਼ਰੀਆ ਇਹ ਬਿਲਕੁਲ ਕੁਝ ਸਾਡੇ ਜਿਹੜੇ ਆਗੂ ਹੈ, ਮੇਰੇ ਅੱਗੇ ਵੀ ਹੋ ਸਕਦੇ ਵਿੱਚ ਉਹਨਾਂ ਦੇ, ਮੈਂ ਸਾਡੇ ਆਗੂ ਕਹੂੰਗਾ ਵੀ ਉਹਨਾਂ ਨੂੰ ਭਰਮ ਪੈਦਾ ਹੋ ਗਿਆ ਇੱਕ ਤਰ੍ਹਾਂ ਦਾ ਅੰਦੋਲਨ 'ਚ ਵੀ ਅਸੀਂ ਮਹਾਪੁਰਸ਼ ਹੈ। ਮਹਾਪੁਰਸ਼ਾਂ ਤੇ ਜਦੋਂ ਹੁਣ ਤੁਸੀਂ ਕਹਿੰਦਾ ਵੀ ਘੋਲ ਜੇਤੂ ਹੈ, ਇਤਿਹਾਸਕ ਜਿੱਤ ਹੈ, ਤੇ ਫਿਰ ਸਾਡੇ 'ਚ ਫਰਕ ਕੀ ਰਹਿ ਗਿਆ? ਫਿਰ ਅਸੀਂ ਵੀ ਕਹਿਣ ਦਾ ਭਾਵ ਅਸੀਂ ਮੂਹਰੇ ਲੱਗੇ ਸੀ, ਸਾਡੇ ਕਰਕੇ ਜਿੱਤਿਆ ਗਿਆ, ਅਗਵਾਈ ਤਾਂ ਸਾਡੀ ਸੀ, ਇਸ ਕਰਕੇ ਜਿੱਤ ਦਾ ਸਿਹਰਾ ਵੀ ਸਾਨੂੰ ਜਾਂਦਾ, ਇਸ ਕਰਕੇ ਕ੍ਰੈਡਿਟ ਦੇ ਹੱਕਦਾਰ ਵੀ ਅਸੀਂ ਹੈ। ਤੇ ਜਿਹੜਾ ਫਿਰ ਕੋਈ ਸਾਡੀ ਕੋਈ ਪਿੰਨ ਪੁਆਇੰਟ ਕਰਦਾ ਕਮੀ ਨੂੰ, ਉਹ ਇਕੱਲਾ ਸਾਡੇ ਵਿਰੋਧੀ ਨਹੀਂ,
ਉਹ ਸੰਯੁਕਤ ਕਿਸਾਨ ਮੋਰਚੇ ਦੇ ਵੀ ਵਿਰੋਧ ਹੈ ਤੇ ਅੰਦੋਲਨ ਦਾ ਵੀ ਵਿਰੋਧ ਹੈ। ਜਿਵੇਂ ਇੱਕ ਵਾਰ ਅਮਰੀਕਾ ਵਾਲੇ ਨੇ ਜਦੋਂ ਅਫਗਾਨਿਸਤਾਨ ਤੇ ਹਮਲਾ ਕੀਤਾ ਸੀਗਾ ਨਾ, ਉਦੋਂ ਉਹਨਾਂ ਨੇ ਵਰਤਾਂਤ ਸਿਰਜਣ ਦੀ ਕੋਸ਼ਿਸ਼ ਕੀਤੀ ਸੀ ਦੁਨੀਆ 'ਚ ਵੀ ਜਿਹੜਾ ਸਾਡੇ ਪੱਖੀ ਨੇ, ਸਾਡੇ ਹਮਾਇਤ 'ਚ ਨੇ, ਉਹ ਅੱਤਵਾਦੀਆਂ ਦੀ ਹਮਾਇਤ 'ਚ ਹੈ। ਕਹਿੰਦਾ ਭਾਵ ਵਿੱਚ ਵਿਚਾਲੇ ਕੋਈ ਤੀਜੀ ਆਪਸ਼ਨ ਹੈ ਹੀ ਨਹੀਂ। ਜਾਂ ਤਾਂ ਸਾਡੇ ਪੱਖੀ ਬਣੋ ਜਾਂ ਤੁਸੀਂ ਸਾਡੇ ਪੱਖੀ ਨਹੀਂ ਬਣਦੇ, ਫਿਰ ਤੁਸੀਂ ਸਮਝ ਲਓ ਵੀ ਜਿਹੜਾ ਵਰਲਡ ਅੱਤਵਾਦ ਹੈ, ਸੰਸਾਰ ਅੱਤਵਾਦ ਹੈ, ਤੁਸੀਂ ਉਹਦੇ ਪੱਖੀ ਆ ਤੁਸੀਂ। ਸੋ ਬਿਲਕੁਲ ਇਹੀ ਗੱਲ ਹੈ ਵੀ ਜਿਹੜੇ ਨੇ ਸਾਨੂੰ ਪੜਚੋਲ ਸਾਡੀ ਕਰਤੀ, ਉਹ ਅੰਦੋਲਨ ਦਾ ਤੇ ਐਸਕੇਐਮ ਦਾ ਵਿਰੋਧੀ ਹੈ। ਜਦ ਕਿ ਇਹਨਾਂ ਨੇ ਐਸਕੇਐਮ ਦੇ ਲੀਡਰਾਂ ਦਾ ਜਿਹੜੇ ਪੋਜ਼ਿਟਿਵ ਪੱਖ ਹੈ ਉਭਾਰਿਆ, ਕੋਈ ਐਸਕੇਐਮ ਤੇ ਅਟੈਕ ਨਹੀਂ, ਕੋਈ ਅੰਦੋਲਨ ਨੂੰ ਨੈਗੇਟਿਵ ਪੇਸ਼ ਨਹੀਂ ਕੀਤਾ, ਉਹਦੀਆਂ ਪ੍ਰਾਪਤੀਆਂ ਨੂੰ ਉਭਾਰਿਆ ਉਹਨੂੰ। ਤੇ ਇਸ ਕਰਕੇ ਜਿਹੜੀ ਅਖੀਰ ਦੇ ਵਿੱਚ ਮੈਂ ਗੱਲ ਕਹਿਣੀ ਹੈ ਵੀ ਅਸੀਂ ਜਿਹੜਾ ਇਹਦੀ ਸਟੱਡੀ ਕੀਤੀ ਹੈ, ਪੜ੍ਹੀ ਹੈ, ਸਾਨੂੰ ਇਹ ਮਤਲਬ ਠੀਕ ਲੱਗਿਆ। ਇਹਨਾਂ ਨੇ ਆਪਣਾ ਜਿਹੜਾ ਧਰਮ ਹੈ, ਜਿਹੜਾ ਪੱਤਰਕਾਰੀ ਵਾਲਾ ਹੁੰਦਾ, ਉਹ ਨਿਭਾਇਆ ਤੇ ਸਾਨੂੰ ਇਹਦਾ ਸਾਰਿਆਂ ਨੂੰ ਹੌਸਲਾ ਅਫਜ਼ਾਈ ਵੀ ਕਰਨੀ ਚਾਹੀਦੀ ਹੈ ਤੇ ਇਹਨੂੰ ਕਿਤਾਬ ਦੇ ਵਿੱਚ ਡਿਸਟ੍ਰੀਬਿਊਸ਼ਨ ਕਰਨ ਦੇ ਵਿੱਚ ਜਿਹੜਾ ਅਸੀਂ ਕਰ ਸਕਦੇ ਹਾਂ ਉਹਨਾਂ ਕਰਨਾ ਚਾਹੀਦਾ। ਮੈਂ ਹੁਣ ਆਖਰ ਦੇ ਵਿੱਚ ਇੱਕ 3 ਕਮਾਏ ਦੇ ਵਿੱਚ ਘਟਨਾਵਾਂ ਕਹਿ ਲਓ ਜਾਂ ਫੈਕਟ ਕਹਿ ਲਓ, 3 ਫੈਕਟ ਇਹੋ ਜਿਹੇ ਹੈ। ਪਹਿਲਾ ਫੈਕਟ ਤਾਂ ਜਦੋਂ ਦਿੱਲੀ ਅਸੀਂ ਗਏ ਹੈ, ਸੰਯੁਕਤ ਕਿਸਾਨ ਮੋਰਚੇ ਦਾ ਫੈਸਲਾ ਨਹੀਂ ਸੀਗਾ ਵੀ ਤੁਸੀਂ ਨਾਕੇ ਤੋੜ ਕੇ ਆਹ ਪੰਜਾਬ ਵਾਲੇ ਬਾਰਡਰ ਤੁਸੀਂ ਜਾਓ, ਉੱਥੇ ਵੀ ਜਿੱਥੇ ਰੋਕ ਲਿਆ ਉੱਥੇ ਬੈਠਣਾ, ਪਰ ਉਹਦੀ ਉਲੰਘਣਾ ਕਰਤੀ ਲੋਕਾਂ ਨੇ, ਕਿਸਾਨਾਂ ਨੇ, ਟਰਾਲੀਆਂ ਵਾਲਿਆਂ ਨੇ ਵੀ ਨਹੀਂ। ਜਦੋਂ ਅਸੀਂ ਦਿੱਲੀ ਦਾ ਸਾਨੂੰ ਕਿਹਾ ਵੀ ਦਿੱਲੀ ਕੂਚ ਕਰੋ, ਦਿੱਲੀ ਪਹੁੰਚੋ, 26 ਨੂੰ ਕੂਚ ਕਰੋ, 27 ਨੂੰ ਪਹੁੰਚੋ, ਫਿਰ ਇੱਥੇ ਤਾਂ ਦਿੱਲੀ ਹੈ ਨਹੀਂ। ਉਹਨਾਂ ਨੇ ਐ ਸਮਝ ਲਓ ਵੀ ਉਲੰਘਣਾ ਕੀਤੀ ਹੈ ਲੀਡਰਸ਼ਿਪ ਦੇ ਫੈਸਲੇ ਦੀ, ਉਲੰਘਣਾ ਕਰਕੇ ਉੱਥੇ ਗਏ ਹੈ। ਇੱਕ ਫੈਕਟ ਹੈ, ਇੱਕ ਕੋਈ ਨਹੀਂ ਮੁੱਕਰ ਸਕਦਾ ਵੀ ਫੈਸਲਾ ਹੋਇਆ ਸੀਗਾ, ਉਲੰਘਣਾ ਹੋਈ ਹੈ ਕਿ ਨਹੀਂ ਹੋਈ ਹੈ, ਉਹਨਾਂ ਮੁਤਾਬਕ ਉਲੰਘਣਾ ਹੋਈ ਹੈ। ਪਰ ਫਿਰ ਉਲੰਘਣਾ ਨੂੰ ਕੀ ਕਹੋਗੇ ਤੁਸੀਂ? ਉਹ ਲੋਕਾਂ ਦੀ ਪ੍ਰਸ਼ੰਸਾ ਕਰੋਗੇ ਕਿ ਲੋਕਾਂ ਨੂੰ ਸਜ਼ਾ ਦਿਓਗੇ? ਇਹ ਕਹਾਂ ਫਿਰ ਲੀਡਰਸ਼ਿਪ ਦਾ ਸਵਾਲ ਹੈ। ਦੂਜਾ ਜਿਹੜਾ ਫੈਕਟ ਹੈ, ਜਦੋਂ ਦਿੱਲੀ ਪਹੁੰਚ ਗਿਆ 27 ਤਰੀਕ ਨੂੰ ਸ਼ਾਮ ਨੂੰ 3 ਵਜੇ 2 ਵਜੇ, ਉੱਥੇ ਸੀਗਾ ਵੀ ਸਰਕਾਰ ਦਾ ਸੀਗਾ ਵੀ ਬਰਾੜੀ ਪਾਰਕ ਚ ਆਓ, ਪਰ ਦੂਜੀ ਵਾਰ ਫਿਰ ਉੱਥੇ ਸਾਰੀ ਲੀਡਰਸ਼ਿਪ ਦਾ ਫੈਸਲਾ ਸੀਗਾ ਸਮੇਤ। ਮੈਨੂੰ ਲੱਗਦਾ ਵੀ ਜਿਹੜਾ ਐਸਕੇਐਮ ਸੀਗੀ ਉਦੋਂ 7 ਮੈਂਬਰੀ ਕਮੇਟੀ, ਸੱਤਾ ਦਾ ਨਹੀਂ 2 ਤਾਂ ਜਦ ਪਿੱਛੇ ਹਟ ਗਿਆ ਸੀ, ਜਿਹੜੀ 5 ਮੈਂਬਰੀ ਰਹਿ ਗਈ ਸੀਗੀ, ਰਾਜੂ ਸ਼ੈਟੀ ਤੇ ਬੀਐਮ ਸਿੰਘ ਵੀ ਵਿੱਚ ਹੀ ਸੀ ਉਸ ਮੌਕੇ। ਸੱਤਾ ਦਾ ਫੈਸਲਾ ਸੀਗਾ ਬਈ ਸਾਰੇ ਲੋਕ ਆ ਇੱਥੇ ਬਰਾੜੀ ਪਾਰਕ ਚ ਆ ਜਾਓ ਦਿੱਲੀ ਦੇ ਅੰਦਰ, ਪਰ ਉੱਥੇ ਫੇਰ ਲੰਘਣਾ ਹੋਈ, ਲੋਕ ਨਹੀਂ ਗਏ। ਉਹ ਕਹਿੰਦੇ ਵੀ ਉਹ ਖੁੱਲੀ ਜੇਲ੍ਹ ਹੈ। ਮੈਂ ਹੀ ਉੱਥੇ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜਾ ਪਹਿਲੇ ਦਿਨ ਪ੍ਰੈਸ ਕਾਨਫਰੰਸ ਹੋਈ ਹੈ ਦਿੱਲੀ ਦੇ ਵਿੱਚ, ਮੀਡੀਆ ਦੀ, ਸਾਰਾ ਦਿੱਲੀ ਵਾਲਾ ਮੀਡੀਆ ਸੀਗਾ, ਉੱਥੇ ਕਿਹਾ ਵੀ ਅਸੀਂ ਨਹੀਂ ਜਾਂਦੇ, ਭਾਵੇਂ ਕਿਸੇ ਲੀਡਰ ਨੇ ਕਿਹਾ ਉਹ ਖੁੱਲੀ ਜੇਲ੍ਹ ਹੈ, ਅਸੀਂ ਜੇਲ੍ਹ 'ਚ ਜਾਣ ਦੀ ਬਜਾਏ ਅਸੀਂ ਦਿੱਲੀ ਨੂੰ ਆਪਣੇ ਘੇਰੇ 'ਚ ਲੈਣਾ ਚਾਹੁੰਦੇ ਹਾਂ, ਅਸੀਂ ਬਾਰਡਰਾਂ ਤੇ ਬੈਠਾਂਗੇ। ਸੋ ਉਹ ਵੀ ਦੂਜਾ ਫੈਕਟ ਹੈ ਵੀ ਲੋਕਾਂ ਨੇ ਉਲੰਘਣਾ ਕੀਤੀ ਹੈ। ਸੋ ਉਲੰਘਣਾ ਠੀਕ ਹੋਈ ਜਾਂ ਉਹ ਦੋਸ਼ੀ ਦੇ ਹੱਕਦਾਰ ਹੈ ਜਾਂ ਅਵਾਰਡ ਦੇ ਹੱਕਦਾਰ ਹੈ, ਇਹ ਵੀ ਫਿਰ ਕਿਸੇ ਨੇ ਕੋਈ ਤਾਂ ਨਿਰਣਾ ਕਰੂਗਾ ਹੀ। ਇਹ ਤਾਂ ਮੈਨੂੰ ਤਾਂ ਉਹੀ ਜਿਹੀ ਗੱਲ ਲੱਗਦੀ ਹੈ, ਜਰਨਲ ਹਰਬਖਸ਼ ਸਿੰਘ ਹੈ ਜਿਹੜੀ 1965 ਵਾਲੀ ਪਾਕਿਸਤਾਨ ਦੀ ਜੰਗ ਦੇ ਜਿਹੜੇ ਜਰਨੈਲ ਹੈ, ਬੜਾ ਇਤਿਹਾਸਕ ਫੈਕਟ ਹੈ, ਇੱਕ ਨੋਟ ਕਰਨ ਵਾਲਾ ਹੈ ਸਾਰਿਆਂ ਦੇ। ਹਿੰਦੁਸਤਾਨ ਦੀ ਸਰਕਾਰ ਨੇ, ਭਾਰਤ ਦੀ ਸਰਕਾਰ ਨੇ, ਭਾਰਤ ਦੀ ਫੌਜ ਨੇ ਉਹਨਾਂ ਨੂੰ ਕਹਿਤਾ ਸੀਗਾ ਵੀ ਪਾਕਿਸਤਾਨ ਦੀਆਂ ਫੌਜਾਂ ਵਾਹਗਾ ਬਾਰਡਰ ਤੇ, ਟਾਰੀ ਬਾਰਡਰ ਤੇ ਪਹੁੰਚ ਗਈਆਂ, ਆਪਣੀ ਜਿਹੜੀ ਅੰਮ੍ਰਿਤਸਰ ਵਾਲੀ ਲਾਈਨ ਹੈ, ਡਿਫੈਂਸ ਲਾਈਨ ਕਮਜ਼ੋਰ ਹੈ, ਤੁਸੀਂ ਪਿੱਛੇ ਆ ਕੇ ਬਿਆਸ ਵਾਲੀ ਲਾਈਨ ਤੇ ਆ ਜਾਓ। ਕਹਿੰਦਾ ਭਾਵ ਅੰਮ੍ਰਿਤਸਰ ਛੱਡ ਦਿਓ ਇੱਕ ਵਾਰੀ। ਤਾਂ ਉਹਨਾਂ ਨੇ ਆਪਦੀ ਫੌਜ ਦੇ ਜਨਰਲਾਂ ਦਾ ਹੁਕਮ ਨਹੀਂ ਮੰਨਿਆ। ਉਹ ਕਹਿੰਦੇ ਅਸੀਂ, ਚਲੋ ਭਾਵਨਾ ਸੀ, ਇੱਕ ਸਿੱਖੀ ਸਪਿਰਿਟ ਸੀਗੀ ਇੱਕ, ਵੀ ਅਸੀਂ ਨਨਕਾਣਾ ਸਾਹਿਬ ਦਾ ਤਾਂ ਵੀਜ਼ਾ ਲੈ ਕੇ ਜਾਂਦੇ ਆ, ਹੁਣ ਅਸੀਂ ਅੰਮ੍ਰਿਤਸਰ ਦਾ ਵੀ ਵੀਜ਼ਾ ਲੈ ਕੇ ਜਾਇਆ ਕਰਾਂਗੇ, ਇਹ ਨਹੀਂ ਸਹਿਣ ਹੁੰਦਾ, ਅਸੀਂ ਲੜਾਂਗੇ, ਨਹੀਂ ਆਉਂਦੇ ਪਿੱਛੇ, ਠੀਕ ਹੈ, ਕੁਰਬਾਨ ਹੋ ਜਾਣਗੇ। ਉਹ ਲੜੇ, ਉੱਥੇ ਡਟੇ, ਉੱਥੇ ਕੱਲਾ ਆਈ ਨਹੀਂ ਵੀ ਉਹਨੂੰ ਅੱਗੇ ਵਧਣ ਤੋਂ ਰੋਕਿਆ, ਉਹਨੂੰ ਪਿੱਛੇ ਹਟਣ ਲਈ ਮਜਬੂਰ ਕੀਤਾ ਤੇ ਉਹ ਜਿਹੜੀ ਜੰਗ ਆ ਉਹ ਜਿੱਤੀ ਗਈ, ਉਹ ਨਹੀਂ ਗਾਂਹ ਵੱਧ ਸਕੇ। ਉੱਥੇ ਸਰਕਾਰ ਨੇ ਪਤਾ ਕੀ ਕੀਤਾ, ਕੋਰਟ ਮਾਰਸ਼ਲ ਹਰਬਖਸ਼ ਸਿੰਘ ਦਾ ਵੀ ਉਹਨੇ, ਜਿਵੇਂ ਆਪਣੇ ਕੋਰਟ ਮਾਰਸ਼ਲ ਹੋ ਰਹੇ ਆ ਹੁਣ ਅਸੀਂ ਸਾਡੇ ਵਰਗੇ, ਵੀ ਇਹਨੇ ਮੰਨੀ ਨਹੀਂ ਫੌਜ ਦੀ, ਪਰ ਦੂਜੇ ਪਾਸੇ ਵੀ ਤਾਂ ਫੌਜ ਜੰਗ ਦਾ ਜਿੱਤ ਲਈ, ਦੁਸ਼ਮਣ ਦੇ ਦੰਦ ਖੱਟੇ ਕਰਤੇ, ਫਿਰ ਕਹਿੰਦੇ ਅਵਾਰਡ ਵੀ ਨਾਲ ਹੈ, ਨਾਲੇ ਸਜ਼ਾ ਵੀ ਨਾਲੇ ਅਵਾਰਡ ਵੀ। ਬਿਲਕੁਲ ਇਸੇ ਤਰ੍ਹਾਂ ਦੀਆਂ ਕੁਝ ਘਟਨਾਵਾਂ ਜਿਹੜੀਆਂ ਹੈਗੀਆਂ ਨੇ, ਜਿਵੇਂ ਮੈਂ
ਇੱਥੋਂ ਵਾਲੀ ਦੱਸੀ ਆ, ਬੰਨ ਤੋੜ ਕੇ ਨਾਕੇ ਤੋੜ ਕੇ ਜਾਣ ਵਾਲੇ ਅਮਰਜੀਤ ਸਿੰਘ ਵਰਗੇ ਨੇ ਰਾਹ ਪੱਧਰਾ ਕਰਤਾ 25 ਨੂੰ ਵੀ ਆਓ ਅਸੀਂ ਤੁਹਾਡੇ ਮੂਹਰੇ ਲੱਗਾਂਗੇ, ਰਾਹ ਪੱਧਰਾ ਕਰੋਗੇ, ਕੋਈ ਰੁਕਣ ਦੀ ਲੋੜ ਨਹੀਂ। ਇਹਨਾਂ ਨੇ ਵੀ ਬਗਾਵਤ ਕੀਤੀ ਆ, ਕਰਵਾਈ ਆ ਸਾਥੋਂ, ਤੇ ਅਸੀਂ ਬਗਾਵਤ ਕਰਕੇ ਜਾਵੜੇ। ਮਤਲਬ ਇਸ ਕਰਕੇ ਉਹ ਘਟਨਾਵਾਂ ਦੋਨੇ ਬਰਗਾੜੀ ਪਾਰਕ 'ਚ ਨਾ ਜਾਣਾ ਲੀਡਰਸ਼ਿਪ ਦੇ ਕਹਿਣ ਦੇ ਬਾਵਜੂਦ, ਇੱਥੇ ਨਾ ਰੁਕਣਾ, ਦੋਨੇ ਉਹ ਹਰਬਖਸ਼ ਸਿੰਘ ਵਰਗੀਆਂ ਗੱਲਾਂ ਸੀਗੀਆਂ। ਤਾਂ ਉਹਦੇ ਵਿੱਚੋਂ ਉਹਨਾਂ ਨੇ ਸਾਨੂੰ ਕੋਰਟ ਮਾਰਸ਼ਲ ਤਾਂ ਕਰਤਾ, ਪਰ ਉਹਦਾ ਅਵਾਰਡ ਦਿੰਦੇ ਆ ਕਿ ਨਾ ਦਿੰਦੇ ਇਹਨਾਂ ਦੀ ਕਿਤਾਬ ਤੋਂ ਪਤਾ ਲੱਗੂਗਾ। ਸੋ ਇਹਨਾਂ ਕਹਿੰਦਾ ਹੋਇਆ ਮੇਰਾ ਟਾਈਮ ਹੋ ਗਿਆ। ਮੈਂ ਸਾਰੇ ਵੀਰਾਂ ਦਾ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ। ਸਭ ਤੋਂ ਪਹਿਲਾਂ ਮਾਫੀ ਕਿ ਜਿਹੜੇ ਇੱਥੇ ਪਹਿਲਾਂ ਗੈਸਟ ਆਏ ਸੀ ਮੈਂ ਉਹਨਾਂ ਦਾ ਨਾਮ ਨਹੀਂ ਲੈ ਸਕਿਆ। ਸਾਡੇ ਵਿਚਕਾਰ ਪ੍ਰੋਫੈਸਰ ਪੂਰਵਾਨੰਦ ਜੀ ਪਹੁੰਚੇ ਹੋਏ ਨੇ, ਉਹਨਾਂ ਦਾ ਵੀ ਇੱਥੇ ਪਹੁੰਚਣ ਤੇ ਨਿੱਘਾ ਸਵਾਗਤ ਕਰਦੇ ਹਾਂ। ਡਾਕਟਰ ਸੁਧੀਰ ਇੰਗਲਿਸ਼ ਡਿਪਾਰਟਮੈਂਟ ਤੋਂ ਅਸਿਸਟੈਂਟ ਪ੍ਰੋਫੈਸਰ ਨੇ, ਡਾਕਟਰ ਕੁਲਵਿੰਦਰ ਸਿੰਘ ਜੀ ਯੂਡੀਐਸ ਤੋਂ ਅਸਿਸਟੈਂਟ ਪ੍ਰੋਫੈਸਰ ਇੱਥੇ ਪਹੁੰਚੇ ਨੇ, ਡਾਕਟਰ ਜਤਿੰਦਰ ਸਿੰਘ ਪਹੁੰਚੇ ਹੋਏ ਨੇ, ਤੇ ਐਡਵੋਕੇਟ ਚੀਮਾ ਜੀ ਪਹੁੰਚੇ ਹੋਏ ਨੇ, ਪ੍ਰਤੀਕ ਜੀ ਪਹੁੰਚੇ ਹੋਏ ਨੇ, ਤੇ ਆਪਣੇ ਵਿਚਕਾਰ ਕਿਰਪਾਲ ਸਿੰਘ ਜੀ ਪਹੁੰਚੇ ਹੋਏ ਨੇ ਚੰਡੀਗੜ੍ਹ ਕਿਸਾਨ ਯੂਨੀਅਨ ਤੋਂ। तो इस तो इलावा हरनाम सिंह डल्ला जी पहुंचे हुए ने, एडवोकेट चीमा जी, ते होर जिन्ने भी पदवंते सज्जन पहुंचे। इस तो इलावा रणजीत सिंह राजू जी किसान लीडर पहुंचे हुए ने, ते जिन्ने भी इत्थे लीडर पहुंचे ने उन्हां दा मैं तहे दिल तो स्वागत करदा ते एसएफएस उन्हां दा निੱਘਾ स्वागत करदी। इस तो बाद मतलब मैं मनदीप पूनिया जी नूं कहूंगा कि वो किताब दे बारे आगे अपनी गल जरूर रखन। सबसे पहले तो नमस्कार सभी को, और शुक्रिया आप लोग आए और आपने मेरी किताब को चर्चा लायक समझा। और वैसे तो मैंने किताब में जितना मेरी कैपेसिटी थी उतना मैंने लिखा भी है, और साथ में मतलब मोटी मोटी जितनी भी बातें थी वो आ भी चुकी हैं, बाहर भी आ चुकी हैं। किताब ये किसान आंदोलन के तुरंत बाद ही आनी थी, लेकिन अपनी यूनिवर्सिटी के प्रोफेसर भूपेंद्र बराड़ हैं, उन्होंने मुझे कहा कि पंजाब में इलेक्शन चल रहे थे उस समय, तो कुछ किसान नेता इलेक्शन में गए हुए थे, तो उन्होंने मना किया क्योंकि उससे किताब बाहर आएगी तो उन किसान नेताओं की इलेक्शन पे फर्क पड़ सकता है। तो इसलिए मैंने फिर उस समय थोड़ी देरी की। उसके बाद भी जब थोड़ा आंदोलन का दोबारा चल रहा था तो भी थोड़ी देरी हुई, इसलिए 1 साल के बाद किताब आई नवंबर में। और किताब का मतलब जैसे बतौर पत्रकार या फिर एक लंबे रिपोर्टाज लिखने के अपने थोड़े चैलेंज होते हैं, लेकिन मेरा इस आंदोलन से कैसे जुड़ा हुआ है तो मुझे खुद भी नहीं पता। लेकिन इस पंजाब यूनिवर्सिटी को मैं बुरा मानता हूँ कि इस पंजाब यूनिवर्सिटी की वजह से ही इस आंदोलन से जुड़ा हुआ है। इस यूनिवर्सिटी के जितने भी मतलब संगठन हैं उनमें से बहुत संगठन ऐसे भी हैं जो पंजाब हरियाणा में जो कुछ चल रहा होता है उसमें वो पार्टिसिपेट भी करते हैं। और जब ये बिल जून 2020 में आए तो उस समय रमनदीप मान हम बात कर रहे थे तो उन्होंने कहा कि आंदोलन बड़ा होगा, तो मैंने कहा कि थे उनमें से बहुत सारे अभी भी जेलों में बंद हैं, यूपीए जैसे कानून के ऊपर लगाए हुए हैं, उनमें भी हमारे कई साथी स्टूडेंट एक्टिविस्ट भी हैं, कईयों को जमानत मिली है लेकिन कई अभी भी बंद ही हैं। तो एक मैंने रमनदीप मान को कहा कि जिस किस्म से मोदी हमला करते हैं आंदोलनकारियों के ऊपर, मुझे लगता है कि आंदोलन इतना बड़ा नहीं होगा। तो उन्होंने रमनदीप मान का था कि ये बड़ा होगा क्योंकि पंजाब और हरियाणा की जो जितनी रूरल इकोनॉमी है वो मंडी सिस्टम के ऊपर ही टिकी हुई है, और यहाँ के किसानों को एनएसपी पे फसल भी बेचने को मिलता है, तो एक थोड़ी समृद्धि भी है गांव में, ऐसी बात नहीं है, और मतलब 2 पैसे का फायदा भी होता है। तो बाकी हम देखते हैं कि एमएसपी जैसे बिहार वगैरह है या फिर और जो राज्य हैं जिन्होंने एपीएमसी एक्ट 2006 में या उससे पहले या बाद में संशोधित किए हैं, वहां पर धान का जो रेट है और गेहूं का जो रेट है वो पंजाब हरियाणा के मुकाबले कम वहां पे किसानों को मिलता है। तो उनका यही था। उसके बाद फिर जब रिपोर्टिंग करने के लिए निकले हरियाणा पंजाब के धरनों पे, जब शुरू में आंदोलन हरियाणा और पंजाब में ही चला, तो जब गए तो देखा कि पंजाब यूनिवर्सिटी के स्टूडेंट पॉलिटिक्स से बहुत सारे ऐसे लोग थे जो वहां पर टोल टैक्सों पे जो धरने चल रहे थे पंजाब भर में, वहां पर वो लोग इकट्ठा कर लोगों किसानों के साथ काम कर रहे होते थे। तो ये मतलब मेरे को अच्छा साइन लगता है। सीएनआरसी में भी मैंने देखा था, उस आंदोलन को कवर कर रहा था, तो भी
स्टूडेंट पॉलिटिक्स से निकले हुए नौजवान इस यूनिवर्सिटी के लगे हुए थे। यमुनानगर CNRC में या फिर चंडीगढ़ का आंदोलन हो, मेवात तक भी बहुत सारे इस यूनिवर्सिटी के नौजवान सरगम दिखे थे। तो जब मैं पंजाब हरियाणा में जब वो चल रहा टोल प्लाजों पे या फिर डिस्ट्रिक्ट हेडक्वार्टरों पे जो धरने चल रहे थे, या फिर इवन जो 10 सितंबर का जो पिपली का था उसमें भी यूनिवर्सिटी से पढ़े हुए बहुत सारे नौजवान वहाँ पे मोबिलाइज भी कर रहे थे। तो एक समझ में आ रहा था, इस वजह से थोड़ा मेरी एक्सेस भी बढ़ी कि जितने भी पंजाब हरियाणा में धरने चल रहे थे, तो मैं इसी यूनिवर्सिटी से था, तो संपर्क स्थापित हो गए थे और साथ में किसी भी धरने के बारे में जानकारी लेनी थी तो फोन वगैरह सीधा कर लेते थे। तो एक मतलब इंटरेस्ट भी इस मतलब जो यहाँ से जो सोशल कैपिटल मिली उससे मेरे को मतलब हुआ। और अमरजीत बैठे हैं, अमरजीत और को मैं सबसे पहले उस समय जानने लगा जब इनके ऊपर 302 धारा 302 लगाई, जो कि आमतौर किसी भी मतलब वो मतलब मर्डर के जुर्म में लगाई जाती है। ये लोग आप लोग शायद किसी बीजेपी नेता का विरोध कर रहे थे, उसमें किसी बीजेपी हाँ, तो वहां पर इनको तो पहली बार इनका जब मुझे जानकारी मिली और इन लोगों को 302 लगाई, तो ये लोग पंजाब में आके इन्होंने मतलब छुप के रहना पड़ा, क्योंकि हरियाणा में जो है वो बीजेपी की सरकार है। तो अब मेरे हिसाब से जगह तो बतानी सही नहीं होगी, लेकिन जब जहाँ पे तो पराली काट रहे थे लोग, ये किसान जब पराली काट रहे थे तो वहाँ हरियाणा के किसानों ने रोके थे। ये मजेदार किस्सा है कि पंजाब में आके दिल्ली जाने से पहले जो सितंबर महीने में जो कुछ हो रहा था, तो पंजाब में आके पराली काटी है। तो वो मुझे लगता है कि दोस्ताना शुरुआत हो चुकी थी हरियाणा पंजाब के किसानों की, और एक मतलब अंडरस्टैंडिंग सी बननी उससे मेरे को लगता है कि शुरू हुई। और जब फिर जो कॉल आई 26 नवंबर की, उससे पहले मतलब ऐतिहासिक भारत बंद भी होता है, और उसमें मतलब मैंने हरियाणा पंजाब दोनों जगह कोशिश की कवर करने की, काफी मतलब रोड बंद थे तो बड़ा मुश्किल हो रहा था निकलना, लेकिन वो इतना ऐतिहासिक था कि हर वर्ग के लोग उसमें पार्टिसिपेट कर रहे थे। और फिर जो पंजाबी सिंगर्स हों, कलाकार हों, राइटर, ये सब उस भारत बंद का सपोर्ट कर रहे थे। और फिर सितंबर में आप लोगों की जो 32 जत्थेबंदियों का 30 जत्थेबंदियां थी शायद शुरू में, तो 19-20 सितंबर के आसपास मोगा में जो मीटिंग हुई किसान नेताओं की आपस में, और उसमें जो मांग पत्र निकल के आया, जब वो मांग पत्र मैंने पढ़ा तो वो मतलब मुझे एहसास हुआ कि ये मांग पत्र काफी विस्तारित है और इसमें समाज के लगभग कई वर्गों की बातचीत रखने की कोशिश की। 8 उसमें पॉइंट 8 पॉइंट थे, और उसमें मतलब CNRC या फिर जो बुद्धिजीवी गिरफ्तार किए गए हैं, पॉलिटिकल प्रिजनर्स हैं, उनकी रिहाई तक की भी मांग थी। तो वो महसूस हुआ कि ये काफी विस्तारित मांग पत्र है और इससे लोग जुड़ेंगे। और इस वजह से मुझे लगा कि मतलब वो हमने देखा भी कि अक्टूबर महीने में जब टोल प्लाजे बंद किए गए, 1 अक्टूबर से टोल प्लाजे पंजाब में बंद हुए, 25 सितंबर को कुछ जत्थेबंदियां रेलवे ट्रैक के ऊपर भी बैठ गई थी। तो उनमें जो पंजाब की जो और किसान वर्ग के अलावा जो दूसरी जनता है वो भी शामिल होने लग गई थी। तो वो मुझे जो मांग पत्र जितना विस्तारित था उस वजह से मुझे लगा कि वो जनता और भी जुड़ाव महसूस कर रही थी। दूसरा ये था कि कोरोना ये मैंने पर्सनली महसूस किया, कोरोना के बाद एक लंबा गैप भी था कोरोना, और उससे पहले CNRC के आंदोलन जिस किस्म से तसद्दुद किया गया था उसका जवाब भी शायद जनता नहीं दे पाई थी। कोरोना के बाद लॉकडाउन हो गया था, वो मतलब कई ऐसी चीजें मुझे लगी कि जिसमें लोगों ने महसूस किया कि रेजिस्टेंस करनी चाहिए, और किसानों के साथ उन्होंने जुड़ाव महसूस किया। और फिर 26 नवंबर को दिल्ली चलो की कॉल आती है, तो उसमें हरियाणा जैसे पंजाब में कांग्रेस की सरकार थी तो मतलब यहाँ पर इतनी गिरफ्तारियों का माहौल नहीं था। हरियाणा में 20 नवंबर के बाद गिरफ्तारियां होनी शुरू हो गई थी। तो 23 नवंबर वो दिन था जिसमें हरियाणा के 1-2-3 नेताओं को छोड़ के जो लोग मतलब जैसे अमरजीत, और हो सकता है कि शायद उस दिन भी पंजाब में पराली काट रहे हों, मतलब जो हरियाणा में किसान नेता मिला तो उनको उठा लिया गया और गिरफ्तार, मतलब इवन कई जो आंदोलन के समर्थक लोग थे उनके घरों पे भी छापे गिरे। हमें भी 23 मेरे को भी 23 नवंबर को मतलब घर छोड़ना पड़ा और मैं अम्बाला की तरफ आ गया, क्योंकि अमरजीत की मैंने एक वीडियो देखी थी फेसबुक पे। इन्होंने कहा था कि हम
पहले जो रास्ता है वो खोल देंगे, ताकि जो पंजाब के भी किसान आ रहे हैं वो दिल्ली तक उन्हें कोई दिक्कत ना आए। एक मतलब इंटरनल इसमें बस यही शेयर करना चाहूँगा कि जो मुझे मतलब इससे पंजाब के सीएम दफ्तर से जो मुझे मिली थी कि एक ओएसडी साहब, उन्होंने मेरे को मैंने उनसे पूछा था कि क्या बातचीत चल रही है, तो उन्होंने कहा कि पंजाब हरियाणा के बॉर्डर से आगे नहीं बढ़ने दिया जाएगा। अमित शाह का कैप्टन अमरिंदर को फोन भी गया, तो उसने उन्होंने कहा कि आप, पहले तो अमरिंदर को ही बोला उन्होंने कि आप रोकिए, तो मतलब अमरिंदर का था कि हाँ हम कोशिश कर रहे हैं, और उसके बाद अमित शाह ने तो बोला कि चाहे कुछ हो जाए हम हरियाणा पंजाब बॉर्डरों से किसानों को आगे नहीं बढ़ने देंगे। और वो बातचीत जो हुई थी, अमित शाह ने जो कहा, मेरे हिसाब से वो जो बड़ी लीडरशिप थी या फिर मेन जो लोग थे उनको पता ही थी, इस वजह से शायद रिएक्शन भी हुआ। और अमरजीत और पहला बैरिकेड टूटा, मोड़ा मंडी का बैरिकेड था, और उसमें मतलब जितनी किसानों ने फुर्ती भी दिखाई और जितनी इंटेलिजेंस दिखाई, वो मेरे लिए बिल्कुल एक नया एक्सपीरियंस था। इससे पहले भी 7-8 साल से आंदोलनों के बीच में कवरेज करता रहा हूँ, लेकिन ये अलग किस्म का लगा मुझे, मतलब ये आंदोलन से थोड़ा ज्यादा लगा, और इसलिए मैं इसे मोर्चा कहना भी पसंद करता हूँ कि लोग थोड़ी तैयारी के साथ थे, ज्यादा की मतलब आंदोलन में भी तैयारी से ही आते हैं, लेकिन मोर्चे में ये कि थोड़ी और ज्यादा भी तैयारी होती है कि आदमी वहां पर जब तक काम नहीं फतेह हो जाता, मतलब जिस पर्पज के लिए जा रहे हो फतेह नहीं हो जाता, तब तक शायद उठते नहीं है। ये ऐसी फीलिंग मोर्चा शब्द से भी आती है। किसानों के पास तोप थी ना, तो हाँ, ये मतलब तोप का तो मैं नहीं कहूँगा, लेकिन ये है कि उस एक टाइम पे मतलब बात हो रही थी, तो दिल्ली पुलिस के एक डीएसपी ने मेरे को कहा कि ये मिनी टैंक हैं, ट्रैक्टर जो हैं किसानों के, ये सिर्फ गोले नहीं छोड़ सकते, उसके अलावा ये जितने भी अवरुद्ध हैं, जितनी भी रुकावटें हैं, बैरिकेड हैं, उन सबको तो तोड़ ही सकते हैं, और ये सारा काम करते, खींच भी देते हैं। पर मतलब 26 नवंबर को मुझे एक बात और भी लगी, जब अमरजीत और उन बैरिकेड को तोड़ रहे थे, या फिर जो खाइयां इन लोगों को मिली जिनको वो भर रहे थे, और तो मुझे लगा कि सरकार ने किसानों के साथ उसी खेल में पंगा ले लिया जिसको किसान हर रोज परफॉर्म करता है। वो अपने खेत में मिट्टी को इधर से उधर भी करता है, कहीं पे मिट्टी कल करता है, और मतलब एक ये भी था कि इतनी भारी भारी ट्रॉलियों को खींचते हुए इनके ट्रैक्टर चूं तक नहीं करते, तो वो तो कुछ 100 किलो के बैरिकेड थे। तो वो मुझे लगा कि सरकार की जो असेसमेंट है इनके बारे में वो थोड़ी अच्छा, इसमें मतलब जितने भी इवेंट हुए हैं वो सारे मैंने किताब में लिखे हैं। मैं कुछ थोड़ा कंक्लूड करते हुए कुछ चीजों पे कर देता हूँ। जैसे एक ये होता है कि जब आप थोड़ा लीडरशिप की जो पॉलिटिकल पोजीशंस हैं उनको जब आप लिखते हैं तो कई लोग थोड़ा असहज भी महसूस करते हैं, लेकिन किसी भी आंदोलन के लिए मुझे लगता है कि वो जरूरी काम है, ताकि लोगों को पता चले कि किस टाइम पे कौन सा संगठन या कौन सी राजनीतिक धीर उसको कैसे सोच रही थी, कैसे वो हलो। और दूसरा मतलब एक बड़ा एक्सट्रीम में देखने की आदत भी है, तो मतलब कई लोग कह रहे हैं कि बहुत जबरदस्त हो गया, कई लोग कहते हैं कि नहीं बिल्कुल ही खराब था। तो बिल्कुल खराब वाला तो नहीं, यह आंदोलन टिका रहा और जीत तक, मतलब मुझे लगता है जीत तक पहुंचा भी 8 सालों में। मतलब ये पहला एक ऐसा आंदोलन था जिसमें नरेंद्र मोदी को पैर पीछे खींचने पड़े, या फिर दूसरा भी कह सकते हैं सीएनआरसी का भी बहुत बड़ा हासिल है। दूसरा एक ऐसा आंदोलन मेरे को लगता है जिसमें मोदी को पैर खींचने पड़े, क्योंकि सीएनआरसी के भी वो अभी तक लागू नहीं कर पाए। वो जितनी भी चीजें थी उस आंदोलन की प्राप्ति ये रही कि वो जितनी भी चीजें लागू नहीं कर पाए। सीएनआरसी आंदोलन को कवर करते हुए मुझे पहली बार जो डिबेटें होती है संगठनों की वो समझ में आनी शुरू हुई थी। चंडीगढ़ यमुनानगर में देख रहा था कि कुछ संगठनों में बहस चल रही थी। जैसे एक संगठन था वो कह रहा था कि हाथों में संविधान लेने से मतलब सिटीजन्स को कोई कुछ नहीं कहेगा। एक संगठन कह रहा था कि जब वो गिरफ्तारियां पसंद करने आएंगी, पुलिस आएगी, तो आपके हाथ में संविधान और तिरंगा उससे बात से कोई फर्क नहीं पड़ता। और वो हमने देखा भी, मतलब जब गिरफ्तारियां हुई तो मतलब इवन किसान आंदोलन में भी और सीएनआरसी दोनों आंदोलनों में देखा कि बहुत सारे नौजवानों के पास तिरंगे थे। उनको ये था कि तिरंगा अगर हमारे हाथ में होगा तो पुलिस हमें कैसे गिरफ्तार कर सकती है। वो गिरफ्तार किए गए। मतलब एक वीडियो मैं डॉक्यूमेंट्री छोटी सी बनाने की कोशिश कर रहा था, एक वीडियो में प्रॉपर यही है कि मैं उस एक नौजवान के पास जाके पूछता हूँ कि आप
लगातार आगे बढ़ रहे हैं पैदल शांति से, तिरंगा हाथ में लिया हुआ है, तिरंगा और संविधान से इसका क्या मायने? तो उन्होंने कहा कि मेरे हाथ में तिरंगा है और संविधान है, मुझे पुलिस अब गिरफ्तार नहीं कर सकती, ना मेरे ऊपर वो टीयर सेल मारेगी। तो उसको तो नहीं लगा, मैं उसके थोड़ा सा आगे की तरफ था तो मेरी गर्दन में आके आंसू गैस का गोला लगा, तो और दूसरा आंसू गैस का गोला उसके तिरंगे पे लगा। तो वो मतलब एकदम वो था कि वो कैद भी हो रहा था। तो उस समय समझ में आया कि जो सिंबल्स होते हैं, जो चिन्ह होते हैं, उनकी भी एक अपनी राजनीति होती है, और उस राजनीति को स्टेट कैसे देखता है या फिर संगठन कैसे, आम लोग कैसे देखते हैं, तो वो और चिन्हों से क्या राजनीति समझी जा सकती है। तो उसमें भी जो चिन्ह भरते गए आंदोलनों में, दोनों आंदोलनों में, तो मैंने दोनों करने की कोशिश की है। और इसके अलावा मतलब बहुत सारी ऐसी धड़े थे इस आंदोलन में, मतलब वो नौजवानों के हों, और वो मतलब देखो, एक हरियाणा पंजाब की दिक्कत ये है कि हम किसी एक आदमी को सारा श्रेय दे देते हैं, एक जो लीडर होता है, बल्कि जत्थेबंदियां जो कर रही होती हैं उसमें जो लोगों को एक साथ जुड़ के जो यूनियंस होती हैं उनका रोल भर के नहीं आता। मतलब मान लो कि अगर एसकेएम की भी बात करनी, तो मान लो कि आप राज्यपाल को मतलब बहुत बड़ा करके दिखा दो, उसकी जो जत्थेबंदी का रोल है वो कहीं नहीं होता। मतलब वो मुझे थोड़ा प्रॉब्लमेटिक लगता है कि कल्ट सृजने का जो दिक्कत है। तो इस आंदोलन में भी मतलब कई लोग कहते हैं कई किस्म के कल्ट हम लोगों को दिखाई देते हैं, लेकिन उससे उल्ट हमें जत्थेबंदी देखना पड़ेगा कि किन किन जत्थेबंदियों की क्या पॉलिटिकल पोजीशन थी और इस आंदोलन को आगे ले जाने में कैसे भूमिका निभा रही थी। जैसे मान लो कि जो बीचे शहीद भगत सिंह है, जिसके अमरजीत जी बैठे हैं, तो अम्बाला की जो किसान यूनियन की टीम है, तो उसको एज ए होल ही देखना पड़ेगा। वो एक साथ ही काम कर रहे थे और उसमें मतलब किसी एक आदमी को उभार के आप देखोगे कि उसी आदमी ने ही सारा चमत्कार कर दिया, तो ये थोड़ा मुझे ठीक नहीं लगता। और दूसरा, जैसे मोर्चे, इस पे भी बात होनी चाहिए कि मोर्चे में ऐसी कौन से धड़े थे जो कि लीडरशिप को क्वेश्चन भी कर रहे थे और अकाउंटेबल भी बना रहे थे। मतलब अगर हम बात करें तो जो पहला संघर्ष है 26 नवंबर का बॉर्डरों पे बैठने का, तो वहां पर आपको किसान यूनियनें दिखेंगी कि वहीं पे बैठने के हक में है, लेकिन आप नौजवानों की आप यूनियनें देखेंगे तो उनमें बहुत सारी यूनियनें ऐसी हैं जो इस हक में थी कि नहीं, हमें आगे तोड़ के आगे जाना चाहिए। तो वो ऐसे अलग अलग मौके भी आए जिसमें मतलब जैसे इस आंदोलन के तो मतलब ये भी मैंने किताब में दर्ज किया है कि बहुत सारी यूनियनों की, बहुत सारे जो अलग अलग समाज के सेक्शन थे, उनकी पॉलिटिकल पोजीशन थी कि ये कानून रद्द होंगे तभी वापसी होगी। तो और ऐसी यूनियनें भी आंदोलन में थी जब मतलब हमारी यूनिवर्सिटी के मैं 2-4 लड़कों को जानता हूँ, वो एक पर्चा बांट रहे थे सिंगू बॉर्डर पर, उसमें लिख रखा था कि तीनों कानून चकनाचूर, सौदा नहीं मंजूर, तीनों कानून चकनाचूर। यानी कि इसका मतलब ये था कि तीनों कानूनों को आपको रद्द करना होगा और जो संशोधन बोल रहे हैं वो हमें मंजूर नहीं है। तो उसपे भी वहां पर ऐसे लीडर भी थे, उन्होंने उनको रोका, उन्होंने कहा कि अगर हम संशोधन पे राजी हो रहे हैं तो ऐसे तो आप लोग हमारी बगावत करवा देंगे, है। तो मतलब यूनिवर्सिटी के नौजवानों ने कहा कि आप ठीक है किया, यही बात आप स्टेज से जाके बोल दीजिए। तो आप स्टेज से तो आप बोलते हैं कि हम रद्द करवाने तक लड़ेंगे, आप हमें ये पर्चा बांटने से रोक रहे हैं। तो उसकी हिम्मत नहीं हुई और वो मतलब उसने देख लिया कि मैं उस चीज को फिल्मा रहा हूँ, तो उन्होंने मेरे को कहा कि ये फुटेज डिलीट कर देना। तो हालांकि मैंने उनको थोड़ा एक्टिंग भी की कि हाँ मैंने कर दिया डिलीट, पर डिलीट नहीं की। मतलब ये है कि अच्छा उसमें जैसे जो ऑर्गेनाइजर हैं स्टूडेंट फॉर सोसाइटी एसएफएस, तो ये भी एक लड़े थे, इनके खिलाफ भी मतलब 27 तारीख को प्रचार आपने सुना ही होगा, राज्यपाल जी ने इनके लिए कुछ शब्द भी वर्ते। तो उनसे मतलब ठीक है, एक फैक्ट होता है, एक मतलब तथ्य होता है, उसमें आपके कमेंट्स होते हैं, कोई किसी पॉलिटिकल पोजीशन से देख रहा था, कोई किसी पॉलिटिकल पोजीशन से देख रहा होता है। तो लेकिन मुझे लगा कि जो कानूनों को रद्द करवाने तक की लड़ाई का जो इनका स्टैंड था, इस वजह से इनके ऊपर मतलब हमले हुए। आंदोलन में 3 तरीके के आपको स्ट्रगल मतलब मैंने इस किताब में देखने की कोशिश की है। एक तो आपको जो इंटरेक्शन है लोगों का, सरकार, मैं खत्म कर रहा हूँ
बड़ा आखिरी पॉइंट है, मतलब इस किताब में मैंने एक जो देखने की कोशिश की है कि जो लोगों का सरकार के साथ जो इंटरेक्शन है वो मैंने देखने की कोशिश की है कि लोग अलग अलग टाइम पे सरकार को कैसे देख रहे हैं, कैसे रिस्पॉन्ड कर रहे हैं। दूसरा, लोगों का अपने खुद के किसान नेताओं के साथ क्या इंटरेक्शन है, वो अपने नेताओं को के साथ कैसे इंटरेक्ट कर रहे हैं, वो मैंने देखने की कोशिश की है। और तीसरा, जो हमारे किसान नेता हैं वो सरकार के साथ कैसे इंटरेक्ट कर रहे हैं, वो मैंने देखने की। तो ये जो 3 इंटरेक्शन मुझे लगता है कि इस आंदोलन के लिए जरूरी थे, इनको देखना और इसमें कौन किस किस्म से इंटरेक्ट कर रहा था वो देखना, और वो मैंने मतलब लिखने की कोशिश की। ये इतना ही मेरा है। बहुत बहुत धन्यवाद मनदीप। ਤੇ ਹੁਣ 2 ਸਪੀਕਰ ਨੇ ਆਪਣੇ ਕੋਲ ਤੇ ਮੈਂ ਦੋਨੇ ਸਪੀਕਰਾਂ ਨੂੰ ਕਹੂੰਗਾ ਕਿ ਆਪਣੀ ਗੱਲ ਥੋੜੀ ਬਰੀਫ ਸੌਰੀ ਪਰ ਕਿਉਂਕਿ ਆਪਾਂ ਡਿਸਕਸ਼ਨ ਕਰਨੀ ਬੁੱਕ ਤੇ ਬਹੁਤ ਸਾਰੇ ਲੋਕਾਂ ਦੇ ਦੋਸਤਾਂ ਦੇ ਸਵਾਲ ਵੀ ਹੋਣਗੇ ਤੇ ਲਾਈਵਲੀ ਡਿਸਕਸ਼ਨ ਹੋਣੀ, ਮੈਨੂੰ ਲੱਗਦਾ ਹੈ ਜਿਹੜੇ ਜਿੰਨੇ ਵੀ ਸਵਾਲ ਨੇ ਉਹਨਾਂ ਤੇ ਫਿਰ ਚਰਚਾ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਤਾਂ ਇਸ ਤੋਂ ਬਾਅਦ ਮੈਂ ਅਮਰਜੀਤ ਜੀ ਨੂੰ ਕਹੂੰਗਾ ਡੀਕੇ ਜੀ ਸ਼ਹੀਦ ਭਗਤ ਸਿੰਘ ਤੋਂ ਕਿ ਉਹ ਆ ਕੇ ਆਪਣੀ ਗੱਲ ਰੱਖਣ। ਧੰਨਵਾਦ। ਬਹੁਤ ਬਹੁਤ ਧੰਨਵਾਦ ਐਸਪੀਐਸ ਦੇ ਸਾਥੀਆਂ ਦਾ ਤੇ ਸਾਹਮਣੇ ਬੈਠੇ ਆਡੀਅנס ਦਾ ਜਿਨ੍ਹਾਂ ਨੇ ਇੱਥੇ ਆਪਣਾ ਕੀਮਤੀ ਸਮਾਂ ਪੜ੍ਹਾਈ ਵਾਲਾ, ਅਸੀਂ ਤਾਂ ਯੂਨੀਅਨ ਵਾਲੇ ਆ, ਸਾਡਾ ਤਾਂ ਕੰਮ ਹੀ ਸੜਕਾਂ ਤੇ ਰਹਿਣਾ ਆ। ਤੁਸੀਂ ਕਿਸੇ ਨੇ ਪੜ੍ਹਨਾ ਹੈ, ਕਿਸੇ ਨੇ ਕਲਾਸ, ਕਿਸੇ ਦਾ ਕੋਈ ਕਿਸੇ ਨੇ ਪੜ੍ਹਾਉਣਾ ਹੈ, ਕਿਸੇ ਨੇ ਪੜ੍ਹਨਾ ਆ, ਕਿਸੇ ਨੇ ਪੇਪਰ ਦੀ ਤਿਆਰੀ ਕਰਨੀ ਹੈ, ਫਿਰ ਵੀ ਤੁਸੀਂ ਇੱਥੇ ਪਹੁੰਚੇ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅੱਜ ਆਪਾਂ ਮਨਦੀਪ ਪੁਨੀਆ ਜੀ ਦੀ ਜਿਹੜੀ ਬੁੱਕ ਆ ਉਸ 'ਤੇ ਡਿਸਕਸ਼ਨ ਕਰ ਰਹੇ ਹਾਂ। ਠੀਕ ਹੈ, शायद इस बुक तो बाद बहुत सारे लीडर मनदीप जी ਨੂੰ शायद किते कोई मान ले गलबात ना भी दसन, पहला ही दस जण भी मनदीप आ गया उन्होंने मैं अपना इंटरव्यू देना करना पऊगा, सामना इन्हां नूं होर कोई रास्ता कढ़ना पऊगा। एक वाक्य मेरे याद आ, रणजीत राजू जी बैठे ने शाहजहांपुर बार्डर साਂਭਿਆ होया सी, जद ਉਹ ਬਾਰਡਰ ਤੋੜਨ ਦੀ ਗੱਲ ਆਈ, SKM ਸਾਡੇ ਲੀਡਰ ਸਾਹਿਬਾਨ ਗੁਰਨਾਮ ਸਿੰਘ ਜੀ ਨੇ ਵੀ ਕਿਹਾ ਵੀ ਉੱਥੇ ਨਹੀਂ ਜਾਣਾ, ਪਰ ਇਹ ਪੁਰਾਣੇ ਸਾਥੀ ਸੀ ਗੁਰਨਾਮ ਸਿੰਘ ਜੀ ਦੇ, ਰਾਜੂ ਜੀ, ਰਮਨਦੀਪ ਮਾਨ ਜੀ, ਜਿਨ੍ਹਾਂ ਨੂੰ ਮੈਂ ਸੰਦੂਰਨ ਦਾ ਜਨਮਦਾਤਾ ਮੰਨਦਾ ਹਾਂ, ਉਹ ਲੈ ਕਹਿਣ ਵੀ ਆਉਣਾ ਪਊਗਾ ਮਦਦ ਵਾਸਤੇ। ਮੈਂ ਕਿਹਾ ਨਹੀਂ, ਸਾਡੇ ਲੀਡਰ ਸਾਹਿਬਾਨ ਸਾਡੇ ਤੋਂ ਨਾਰਾਜ਼ ਹੋ ਜਾਣਗੇ। ਪਰ ਚਲੋ ਕਾਫੀ ਜਦੋਜਹਿਦ ਹੋਈ, ਇਹਨਾਂ ਦੇ ਕੁਝ ਸਾਥੀ ਅੱਗੇ ਚਲੇ ਗਏ ਸੀ, ਪਿੱਛੇ ਉੱਥੇ ਡਿਸਪਿਊਟ ਜਿਹਾ ਹੋ ਗਿਆ, ਪ੍ਰੈਸ਼ਰ ਹੋਇਆ, ਕੁਝ ਲੀਡਰ ਸਾਹਿਬਾਨਾਂ ਨੇ ਇਹਨਾਂ ਨੂੰ ਸਪੋਰਟ ਨਹੀਂ ਕੀਤੀ। ਤੇ ਚਲੋ ਰਾਤ ਨੂੰ ਅਸੀਂ 10 ਵਜੇ ਗੁੜਗਾਵਾਂ ਤੋਂ ਲੰਗਰ ਪਾਣੀ ਛਕਿਆ ਚਲੇ। ਮੈਂ ਰਾਤ ਨੂੰ 10 ਵਜੇ ਫੋਨ ਕਰਿਆ ਨਵਦੀਪ, ਸਾਡਾ ਸਾਥੀ ਨਵਦੀਪ ਵਾਟਰ ਕੈਨਨ ਨਾਲ, ਜਿਨ੍ਹਾਂ ਨੂੰ ਲੋਕ ਅਕਸਰ ਜਾਣਦੇ ਆ। ਮੈਂ ਕਿਹਾ ਵੀ ਨਵਦੀਪ, ਆਪਾਂ ਨੇ ਸਵੇਰੇ 10 ਗੱਡੀਆਂ ਆ ਜਾਣਗੀਆਂ ਤੁਹਾਡੇ ਕੋਲ ਤੇ 2 ਟਰੈਕਟਰ, ਆਪਾਂ ਨੇ ਸ਼ਾਹਜਹਾਂਪੁਰ ਬਾਰਡਰ ਤੇ ਜਾਣਾ ਆ। ਜਾਂ ਇਹ ਫੋਨ ਕਰਕੇ ਅਸੀਂ ਗੱਡੀ ਦੇ ਵਿੱਚ ਬੈਠੇ ਹੀ ਸੀ ਤਾਂ ਰਮਨਦੀਪ ਜੀ ਮੇਰੇ ਨਾਲ ਸੀ, ਉਹਨਾਂ ਨੇ ਫੋਨ ਕਰਿਆ। ਮੈਂ ਮਨਦੀਪ ਜੀ ਨੂੰ ਨਹੀਂ ਜਾਣਦਾ ਸੀ ਉਸ ਤੋਂ ਪਹਿਲਾਂ ਜਾਣ ਦੀ ਕੋਸ਼ਿਸ਼ ਵੀ ਨਹੀਂ ਕਰੀ, ਨਾ ਕੋਈ ਇਹੋ ਜਿਹੀ ਗੱਲ ਸਾਹਮਣੇ ਆਈ। ਅਜੇ ਮੈਂ ਗੱਡੀ ਡਰਾਈਵ ਕਰ ਰਿਹਾ ਸੀ, ਰਮਨਦੀਪ ਜੀ ਨੇ ਫੋਨ ਲਾਇਆ, ਕਹਿੰਦਾ ਮਨਦੀਪ ਪੁਨੀਆ ਜੀ ਸਿੰਘੂ ਬਾਰਡਰ ਤੇ ਕੀ ਹੋ ਰਿਹਾ, ਕੀ ਰਿਪੋਰਟ ਹੈ ਜੀ। ਮੈਂ ਜਦ 2 ਮਿੰਟ ਵੀ ਨਹੀਂ ਹੋਏ ਫੋਨ ਕਰੇ ਨਵਦੀਪ ਨੂੰ, ਤਾਂ ਕਹਿੰਦਾ ਵੀ ਸਿੰਘੂ ਬਾਰਡਰ से अंबाड़े वाली टीम शाहजहांपुर बार्डर तोड़ने के लिए सवेरे जाएगी। क्या भी या मेरे फोन ਦੇ ਵਿੱਚ ਕਰ ਪੜਿਆ, ਨਵਦੀਪ ਵਾਲੇ ਫੋਨ ਦੇ ਵਿੱਚ ਕਰ ਪੜਿਆ, ਯਾਨੀ ਕਿੰਨੀ ਡੰਗਾਈ। ਫਿਰ ਮੈਂ 2 ਸਾਲ ਬਾਅਦ ਪੁੱਛਿਆ ਮਨਦੀਪ ਜੀ ਨੂੰ ਵੀ ਤੁਸੀਂ ਇਹ ਦੱਸੋ ਵੀ ਇਹ ਗੱਲ ਕਿੱਥੋਂ ਪਤਾ ਲੱਗੀ। ਕਹਿੰਦੇ ਵੀ ਸਾਡਾ ਸਿਸਟਮ ਹੁੰਦਾ, ਜਿਹਨੂੰ ਕੋਈ ਨਹੀਂ ਪੁੱਛਦਾ ਉਹਨੂੰ ਅਸੀਂ ਪੁੱਛਦੇ ਹਾਂ। ਇਹਨਾਂ ਨੇ ਇੱਕ ਸਾਥੀ ਸਾਡਾ ਸੇਵਾਦਾਰ, ਉਹ ਬਹੁਤ ਸੇਵਾ ਕਰਦਾ ਸੀ, ਜਦ ਵੀ ਖੇਤੀ ਦਾ ਉਹਦੇ ਕੋਲ ਖੁੱਡ ਵੀ ਨਹੀਂ ਸੀ, ਇੱਥੇ ਹੀ ਮੋਹਾਲੀ ਦੇ ਨੇੜੇ ਦਾ ਰਹਿਣ ਵਾਲਾ ਮੁੰਡਾ ਸੀ, ਪਾਲਾ ਉਹਨੂੰ ਕਹਿੰਦੇ ਸੀ, ਬੇਪਰਵਾਹ ਸੀ, ਡਰਨਾ ਦੀ ਚੀਜ਼ ਉਹਦੇ ਵਿੱਚ ਨਹੀਂ ਸੀ। ਉੱਥੇ ਸ਼ਾਇਦ ਪ੍ਰਤੀਕ ਨੂੰ ਪਤਾ ਹੋਵੇ, ਜਦ ਨਵਦੀਪ ਉੱਥੇ ਆਇਆ ਸੀ, ਉਹੀ ਫੜਿਆ ਹੋਇਆ ਸੀ ਮੁੰਡਾ, ਉਹਨੂੰ ਛਡਾਉਣ ਵਾਸਤੇ ਅਸੀਂ ਆਏ ਸੀ ਜੀਰਕਪੁਰ। ਕਹਿੰਦਾ ਉਹ ਜਦੋਂ ਮੈਂ ਨਵਦੀਪ ਨੂੰ ਫੋਨ ਕਰਿਆ, ਨਵਦੀਪ ਦੇ ਕੋਲ ਬੈਠੇ ਸੀ, ਨਵਦੀਪ ਨੇ ਕਿਹਾ ਵੀ ਤਿਆਰੀ ਕਰੋ ਸਵੇਰੇ ਚੱਲਣਾ। 2 ਮਿੰਟ ਪਿੱਛੇ ਇਹਨਾਂ ਦੇ ਕੋਲ ਇਹਨਾਂ ਨੇ ਉਹਨੂੰ ਪੁੱਛ ਲਿਆ, ਉਹਨੂੰ ਨਹੀਂ ਪਤਾ ਸੀ ਵੀ ਮੈਂ ਨਵਦੀਪ ਵਾਸਤੇ, ਨਵਦੀਪ ਮੇਰੇ ਤੋਂ ਕੀ ਪੁੱਛਦਾ, ਉਹਨੇ ਤਿਆਰੀ ਪੁੱਛਣੀ ਆਪਣੇ ਕੱਲ ਦੀ ਤਿਆਰੀ ਦੱਸਦੀ। ਯਾਨੀ ਕਿ ਇੰਨੀ ਡੰਗਾਈ ਦੇ ਵਿੱਚ ਜਾ ਕੇ ਇਹਨਾਂ ਨੇ ਅੰਦੋਲਨ ਨੂੰ ਬਚਿਆ। ਇਸ ਕਰਕੇ ਆਪਾਂ ਨੇ ਇਸ ਕਿਤਾਬ ਨੂੰ ਜ਼ਰੂਰ ਪੜ੍ਹਨਾ ਹੈ। ਸਾਡੇ ਵਰਗੇ ਤਾਂ ਦੂਰ ਰਹਿੰਦੇ ਸੀ, ਮੀਡੀਆ ਵਾਲਿਆਂ ਤੋਂ ਬਹੁਤ ਡਰ ਲੱਗਦਾ ਸੀ। ਮੈਂ ਮੈਕ ਤੇ ਬੋਲਣ ਵਾਲੇ ਤੇ ਇੱਕ ਮੀਡੀਆ ਵਾਲਿਆਂ ਤੋਂ ਬਹੁਤ ਡਰਦਾ ਹਾਂ। ਠੀਕ ਹੈ ਨੀ, ਮੂਡ ਦੇ ਵਿੱਚ ਕੀ ਪਤਾ ਕੀ ਕਹਿੰਦੇ, ਜਾਂਦੇ ਜਾਂਦੇ ਨੂੰ ਮੰਨ ਲਓ ਭੈਣ ਜੀ ਜਾਣ ਲੱਗੀ ਆ,
ਮੈਕ ਵਾਲਾ ਕਹਿੰਦੇ ਵੀ ਅਸੀਂ ਤਾਂ ਇੰਨਾ ਕੰਮ ਛੱਡ ਕੇ ਤੂੰ ਚੱਲਦੀ। ਇਹ ਮੈਕ ਤੇ ਬੋਲਣ ਵਾਲੇ ਦਾ, ਜਿਹੜੇ ਸਪੀਕਰ ਹੁੰਦੇ ਆ, ਜਿਹੜੇ ਪੱਤਰਕਾਰ ਹੁੰਦੇ ਆ, ਅਸੀਂ ਦੂਰ ਹੀ ਰਹਿ ਕੇ ਕੰਮ ਕਰੀਦਾ। ਤੇ ਮੈਂ ਧੰਨਵਾਦ ਵੀ ਕਰਨਾ ਚਾਹਾਂਗਾ ਇਹਨਾਂ ਸਾਥੀਆਂ ਦਾ। ਅਸੀਂ ਤਾਂ ਪਿੱਛੇ ਰਹਿ ਕੇ ਕੰਮ ਕਰਦੇ ਸੀ, ਪਰ ਅੰਦੋਲਨ ਦੇ ਵਿੱਚ ਇਹਨਾਂ ਨੇ ਮਿਲੇ, ਜਾਣਕਾਰੀ ਵਧੀ, ਬਹੁਤ ਕੁਝ ਸਿੱਖਣ ਨੂੰ ਮਿਲਿਆ। ਜਦ ਦਿੱਲੀ ਇਹਨਾਂ ਦੇ ਉੱਤੇ ਤਸੱਦਦ ਹੋਇਆ, ਮੈਂ ਇਹਨਾਂ ਨੂੰ ਫੋਨ ਨਹੀਂ ਕਰਿਆ। ਮੈਂ ਕਿਹਾ ਹੋਰ ਪੰਗਾ ਪੈਣਾ ਜੇ ਅਸੀਂ ਫੋਨ ਕਰਾਂਗੇ, ਹਾਲ ਚਾਲ ਪੁੱਛਾਂਗੇ। ਪਰਿਵਾਰ ਆ ਜਿਹੜਾ ਇਹਨਾਂ ਦੀ ਮਿਸਿਜ ਆ, ਉਹ ਬਹੁਤ ਦਲੇਰ ਨੇ, ਬਹੁਤ ਉਹਨਾਂ ਦਾ ਯਾਨੀ ਕਿ ਇਹਨਾਂ ਨੂੰ ਸਪੋਰਟ ਵੀ ਆ। ਐ ਨਹੀਂ ਹੁੰਦਾ, ਨਹੀਂ ਤਾਂ ਬੀਬੀਆਂ ਕਹਿਣ ਲੱਗ ਜਾਂਦੀਆਂ ਤੁਸੀਂ ਤਾਂ ਇਹੀ ਕਰਨਾ, ਖਰਚਾ ਵੀ ਚਲਾਣਾ ਆ। ਪਰਿਵਾਰਿਕ ਸਪੋਰਟ ਵੀ ਇਹਨਾਂ ਨੂੰ ਬਹੁਤ ਵੱਡੀ ਆ। ਮੈਂ ਫੋਨ ਨਹੀਂ ਕਰਿਆ, ਮੈਂ ਦੂਰ ਹੀ ਰਿਹਾ। ਮੈਂ ਕਿਹਾ ਹੋਰ ਇਹਨੂੰ ਪਹਿਲਾਂ ਹੀ ਪੰਗਾ ਕਿਸਾਨ ਯੂਨੀਅਨਾਂ ਕਰਕੇ ਪਿਆ ਹੋਇਆ, ਹੋਰ ਪਏਗਾ ਤਾਂ। 1 ਮਹੀਨੇ ਬਾਅਦ ਮੈਂ ਸਿੰਘੂ ਬਾਰਡਰ ਤੇ ਬੈਠੇ ਆਏ, ਦੁਪਹਿਰ ਨੂੰ ਕਹਿਣ ਲੱਗੇ ਪ੍ਰਧਾਨ ਜੀ, ਮੈਂ ਕਿਹਾ ਆਪਾਂ ਤਾਂ ਸਾਥੀਆਂ ਤੁਹਾਡੇ, ਠੀਕ ਨਹੀਂ ਕੰਮ ਕਰਨਾ ਆ, ਦੱਸੋ। ਕਹਿਣ ਲੱਗੇ ਇੱਕ ਗੱਲ ਕਰ ਦੇਣੀ। ਮੈਨੂੰ ਬੜੀ ਉਸ ਗੱਲ ਨੇ ਝੰਜੋੜਿਆ ਵੀ ਤੇ ਥੋੜਾ ਇਮੋਸ਼ਨਲ ਵੀ ਕਰਿਆ। ਕਹਿੰਦੇ ਵੀ ਜਦ ਮੇਰਾ ਭੋਗ ਪਏਗਾ ਨਾ, ਬਈ ਤੁਸੀਂ ਇੱਕ ਲਫ਼ਜ਼ ਕਹਿਣਾ ਵੀ ਇਹ ਸਾਡਾ ਕਿਸਾਨਾਂ ਦਾ ਪੱਤਰਕਾਰ ਸੀ, ਮੈਨੂੰ ਹੋਰ ਕੁਝ ਵੀ ਜ਼ਿੰਦਗੀ ਦੇ ਵਿੱਚ ਨਹੀਂ ਚਾਹੀਦਾ। ਕਹਿਣ ਦਾ ਮਤਲਬ ਆ ਇਹਨਾਂ ਦੇ ਵਿੱਚ ਜਜ਼ਬਾ ਸੀ। ਮੈਂ ਸੋਚਦਾ ਸੀ ਵੀ ਹੋਇਆ ਵੀ ਇਹਨਾਂ ਦੇ ਨਾਲ, ਮੈਨੂੰ ਕਹਿੰਦਾ ਬਚ ਕੇ ਰਹਿ, ਤੁਹਾਡੇ ਵਰਗੇ ਲੋਕਾਂ ਦੀ ਜ਼ਿੰਦਗੀ ਦੀ ਬਹੁਤ ਜ਼ਰੂਰਤ ਹੈ। ਜੇ ਤੁਸੀਂ ਸਰੇਆਮ ਸਰਕਾਰਾਂ ਦੇ ਖਿਲਾਫ ਬੋਲੋਗੇ, ਫਿਰ ਜਿਹੜੇ ਆਪਣੇ ਮਕਸਦ ਤੇ ਆਪਾਂ ਨੇ ਜਾਣਾ, ਉਸ ਤੇ ਪਹੁੰਚਿਆ ਨਹੀਂ ਜਾਣਾ। ਇਹ ਪਹਿਲਾਂ ਹੀ ਆਪਾਂ ਨੂੰ ਕਿਸੇ ਨਾ ਕਿਸੇ ਇਹਨਾਂ ਨੇ ਰਾਹੇ ਪਾ ਦੇਣਾ ਜਾਂ ਕੋਈ ਨੁਕਸਾਨ ਕਰ ਦੇਣਾ ਆ। ਅੱਛੇ ਲੋਕ ਜਿਹੜੇ ਸਰਕਾਰ ਦੇ ਖਿਲਾਫ ਲੜਨ ਵਾਲੇ ਹੁੰਦੇ ਆ, ਬਹੁਤ ਘੱਟ ਸਾਹਮਣੇ ਆਉਂਦੇ ਆ। ਲੇਕਿਨ ਮੈਂ ਰਵੀਸ਼ ਕੁਮਾਰ ਤੋਂ ਬਾਅਦ ਇਹਨਾਂ ਨੇ ਗਰਾਊਂਡ ਦੇ ਉੱਪਰ ਜਿਹੜੀ ਰਿਪੋਰਟ ਕਰਕੇ, ਅਸੀਂ ਤਾਂ ਦੇਖਿਆ ਵਿੱਚ ਹਰਮਨ ਜੀ ਬੈਠੇ ਨੇ ਸਾਥੀ, ਆਪਣਾ ਦੂਜੇ ਦਾ ਮੈਂ ਨਾਮ ਵਿਸਰ ਗਿਆ। ਤੇ ਉੱਥੇ ਅੰਦੋਲਨ ਦੇ ਵਿੱਚ ਐਸਐਫਐਸ ਵਾਲੇ ਸਾਥੀ ਸਾਨੂੰ ਮਿਲਦੇ ਰਹੇ, ਬਹੁਤ ਕੁਝ ਸਿੱਖਣ ਨੂੰ ਮਿਲਿਆ। ਬਹੁਤ ਅਸੀਂ ਰਲ ਕੇ ਕੰਮ ਵੀ ਕੀਤਾ ਹੈ। ਅੰਦੋਲਨ ਆ ਜਿਹੜਾ, ਅੰਦੋਲਨ ਦੀ ਜਿਹੜੀ ਤੁਹਾਨੂੰ ਗੱਲਾਂ ਦੱਸੀਏ, ਲੀਡਰਸ਼ਿਪ ਦੇ ਉੱਤੇ ਵੀ ਚਲੋ ਇਹਨਾਂ ਨੇ ਬਹੁਤ ਕੁਝ ਲਿਖਿਆ ਹੈ। ਲੇਕਿਨ ਕੀ ਹੁੰਦੀ ਹੈ ਵੀ ਫਲਾਣਾ ਬੰਦੇ ਨੇ ਅਟੈਕ ਕਰਨਾ ਹੈ, ਉਹਨਾਂ ਦੇ ਖਿਲਾਫ ਸਟੇਜ ਤੇ ਬੋਲਣਾ। ਉੱਥੇ ਲੀਡਰਾਂ ਨੂੰ ਵੀ, ਜਿਹੜੇ ਸਾਡੇ ਸਾਥੀ ਹੁੰਦੇ, ਸਾਡੇ ਵਿਰੋਧੀ ਹੁੰਦੇ ਆ, ਸਾਡੇ ਨਾਲ ਕੰਮ ਕਰਨ ਵਾਲੇ, ਜਾਂ ਜੈਲਸੀ ਕਰਦੇ ਆ। ਮੰਨ ਲਓ ਅਸੀਂ ਕੰਮ ਕਰ ਰਹੇ ਹਾਂ, ਸਾਡੇ ਤੋਂ ਜੈਲਸ ਹੋ ਗਏ, ਉਹ ਲੀਡਰਸ਼ਿਪ ਨੂੰ ਜਾ ਕੇ ਦੱਸਣਾ, ਦੇਖੋ ਜੋ ਸ਼ਾਹਜਹਾਂਪੁਰ ਬਾਰਡਰ ਤੇ ਚਲੇ ਗਏ, ਮਨਦੀਪ ਉਹਨਾਂ ਨੇ ਪਰਚਾ ਵੱਢਤਾ, ਐ ਸਕੀਮ ਦੀ ਬਦਨਾਮੀ ਹੋ ਜਾਊਗੀ, ਐ ਬਦਨਾਮੀ ਹੋ ਜਾਊਗੀ। ਉਹ ਸਾਡੇ ਵਾਲਾ ਜਿਹੜਾ ਨਜ਼ਦੀਕੀ ਜਿਹੜਾ ਕੈਡਰ ਹੁੰਦਾ ਆ, ਜਿਹੜੇ ਮੰਨ ਲਓ ਅਲਕਸੀ ਹੁੰਦੇ ਆ, ਕੰਮ ਨਹੀਂ ਕਰ ਸਕਦੇ, ਉਹ ਲੱਤਾਂ ਖਿੱਚਣ 'ਚ ਲੱਗਿਆ ਹੁੰਦਾ ਇੱਕ ਪੂਰਾ ਸੈਕਟਰ ਆ, ਉਹ ਫਿਰ ਬੜੀ ਲੀਡਰਸ਼ਿਪ ਦੇ ਕੋਲ ਜਾਂਦਾ, ਉਹਨਾਂ ਨੂੰ ਗੁੰਮਰਾਹ ਕਰਦਾ ਆ। ਫਿਰ ਬੜੀ ਲੀਡਰਸ਼ਿਪ ਸੋਚਦੀ ਹੈ ਵੀ ਆਪਾਂ ਐਡਾ ਬੜਾ ਅੰਦੋਲਨ ਲੜ ਰਹੇ ਆ, ਪਤਾ ਨਹੀਂ ਕੌਣ ਹੈ ਅਮਰਜੀਤ, ਕੌਣ ਹੈ ਤੇਜਵੀਰ, ਕੌਣ ਮਨਦੀਪ, ਆਪਾਂ ਐਵੇਂ ਹੀ ਖਾਮਖਾ ਆਪਣੇ ਗਲ ਪਾਈ ਯਾਰ, ਇਸ ਕਿਵੇਂ ਬਦਨਾਮ ਹੋਊਗਾ। ਉਹਨਾਂ ਦੀ ਵੀ ਅਲੱਗ-ਅਲੱਗ ਇੱਕ ਸਿਚੁਏਸ਼ਨਾਂ ਹੁੰਦੀਆਂ ਆ, ਉਹਨਾਂ ਨੂੰ ਫੇਸ ਕਰਨਾ ਪੈਂਦਾ। ਤੇ ਫਿਰ ਕੋਈ ਨਾ ਕੋਈ ਸਟੇਜ ਤੋਂ ਕਿਸੇ ਤਰ੍ਹਾਂ ਦੀ, ਜਿਵੇਂ ਰਾਜੇਵਾਲ ਜੀ ਕੋਲ ਦੀ ਗੱਲ ਹੈ ਵੀ ਨਿਸ਼ਾਨ ਸਾਹਿਬ ਤਾਰਨੇ ਚਾਹੀਦੇ ਆ, ਇਸ ਤਰ੍ਹਾਂ ਦੇ ਬਹੁਤ ਮੈਟਰ। ਉਹ ਜਿਹੜੇ ਗੁੰਮਰਾਹ ਤਬਕਾ ਹੁੰਦਾ, ਉਹਨੂੰ ਕੰਮੇ ਹੀ ਹੁੰਦਾ, ਕੰਮ ਕੋਈ ਨਹੀਂ ਕਰਨਾ। ਤੇ ਉਹਨਾਂ ਤੋਂ ਵੀ ਆਪਾਂ ਨੂੰ ਥੋੜਾ ਸੁਚੇਤ ਰਹਿਣ ਦੀ ਜ਼ਰੂਰਤ ਹੁੰਦੀ ਹੈ। ਲੇਕਿਨ ਕਰੀਏ ਕਿ ਜਿਹੜਾ ਕੰਮ ਕਰਦਾ ਉਹਦੇ ਵਿਰੋਧੀ ਵੀ ਜ਼ਰੂਰ ਹੁੰਦੇ ਆ, ਅਨਕਰ ਦੇ ਬੰਦੇ ਦਾ ਕੋਈ ਵਿਰੋਧੀ ਵੀ ਨਹੀਂ ਹੋਊਗਾ। ਅੰਦੋਲਨ ਦੇ ਵਿੱਚ ਜਦ ਅਸੀਂ ਇੱਕ ਗੱਲ ਸਿੱਖੀ ਆ, ਤੇ ਇਹਨਾਂ ਸਾਥੀਆਂ ਦੇ ਨਾਲ ਸੱਚ ਬੋਲਣ ਨਾਲ, ਲੜਨ ਨਾਲ, ਬਹੁਤ ਕੁਝ ਇਸ ਤੋਂ ਵੱਡਾ ਕੋਈ ਹਥਿਆਰ ਨਹੀਂ ਹੁੰਦਾ। ਜਦ ਨਵੰਬਰ 25 ਨੂੰ ਅਸੀਂ ਦਿੱਲੀ ਨੂੰ ਕੂਚ ਹੋਏ ਤੇ ਦੇਖਿਆ, ਲੀਡਰ ਸਾਹਿਬਾਨਾਂ ਨੇ ਕਿਹਾ, ਸਾਡੇ ਲੀਡਰ ਸੀ ਗੁਰਨਾਮ ਸਿੰਘ ਜੀ, ਹਰਿਆਣੇ ਦੇ ਵਿੱਚ ਅਸੀਂ ਕੋਸ਼ਿਸ਼ ਵੀ ਕੀਤੀ ਵੀ ਇੱਕੇ ਲੀਡਰਸ਼ਿਪ, ਜਿਵੇਂ ਪੰਜਾਬ ਦੇ ਵਿੱਚ 32 ਜਥੇਬੰਦੀਆਂ ਅਸੀਂ ਨੈਗਲੈਕਟ ਕਰਕੇ ਆਪਾਂ ਇੱਕੇ ਲੀਡਰਸ਼ਿਪ ਨੂੰ ਪ੍ਰਮੋਟ ਕਰਾਂਗੇ, ਇੱਕੇ ਲੀਡਰ ਬਣਾਵਾਂਗੇ ਔਰ ਵਧੀਆ ਤਰੀਕੇ ਨਾਲ ਆਪਣੇ ਹਰਿਆਣੇ ਦੀ ਨੁਮਾਇੰਦਗੀ ਕਰਾਂਗੇ। ਸਾਨੂੰ ਕਹਿ ਦਿੱਤਾ ਗਿਆ ਵੀ 25 ਤਰੀਕ ਨੂੰ ਆਪਾਂ ਬੈਰੀਕੇਡ ਤੋੜ ਕੇ ਦਿੱਲੀ ਜਾਵਾਂਗੇ। ਸਾਡਾ ਜਿਹੜਾ ਪੂਰੀ ਟੀਮ ਆ, ਅਸੀਂ ਇਕੱਲੇ ਨਹੀਂ, ਕਾਫੀ ਟੀਮ ਹੈ। ਨਵਦੀਪ ਦਾ ਡੈਡੀ ਹੈ, ਜੈ ਸਿੰਘ ਆ, ਬਲਜਿੰਦਰ ਸਿੰਘ ਚੰਡਿਆਲਾ, ਹੋਰ ਸਾਥੀ ਤੇਜਵੀਰ, ਸਾਰਿਆਂ ਦੀ ਇੱਕ ਸੋਚ। ਜੋ ਸਾਡੇ ਲੀਡਰ ਨੇ ਕਿਹਾ ਆਪਾਂ ਨੇ ਉਹੀ ਕੰਮ ਕਰਨਾ। ਸਾਨੂੰ ਕਹਿੰਦਾ ਵੀ ਦਿੱਲੀ ਜਾਣਾ, ਠੀਕ ਆ, ਆਪਾਂ ਨੇ ਤਿਆਰੀ ਦਿੱਲੀ ਦੀ ਕਰਤੀ। ਕਿਸੇ ਨੇ ਕਹਿਣਾ ਤੁਸੀਂ ਤਾਂ ਡੰਡੇ ਖਾਓਗੇ, ਮੋੜੇ 4 ਵਾਪਸ ਆ ਜਾਣਾ ਆ। ਪਰ ਇੱਕ ਇਹੋ ਜਿਹੀ ਫਿਲਮ 2018 ਦੇ ਵਿੱਚ ਜਿਹੜਾ ਅੰਦੋਲਨ, ਸ਼ਾਇਦ ਤੁਸੀਂ BM ਸਿੰਘ ਜੀ ਨੇ ਦਿੱਲੀ ਦੇ ਉੱਤੇ ਕੂਚ ਕੀਤਾ ਸੀ, ਇੱਕ ਤਸਵੀਰ ਸੀ ਉਹਦੇ ਵਿੱਚ ਬੈਰੀਕੇਡ ਦੇ ਵਿੱਚ ਟੱਕਰ ਮਾਰੀ ਟਰੈਕਟਰ ਨੇ ਸ਼ੁਰੂਆਤ ਦੇ ਵਿੱਚ। ਉਹ ਬੈਰੀਕੇਡ ਦੇ ਵਿੱਚ ਫਸ ਗਿਆ ਟਰੈਕਟਰ। ਉਹ ਸੀਨ ਭੁੱਲੇ ਨਾ ਸੀ 23 ਤਰੀਕ ਨੂੰ ਜਦ ਫਰਾਰ ਹੋਏ, ਪੰਜਾਬ ਦੇ ਵਿੱਚ ਹੀ ਰਹੇ, ਮੋਹਾਲੀ ਦੇ ਵਿੱਚ। ਉਹ ਤਸਵੀਰ ਯਾਦ ਕਰਨੀ ਵੀ ਬੈਰੀਕੇਡ ਦੇ ਉੱਤੇ ਟਰੈਕਟਰ ਚੜਾਉਣਾ, ਬੈਰੀਕੇਡ ਨੂੰ ਆਪਣੇ ਵਾਲੀ ਸਾਈਡ ਤੇ ਖਿੱਚਣਾ। ਇਹੀ ਦਿਮਾਗ ਦੇ ਵਿੱਚ ਰਿਹਾ ਵੀ ਆਪਾਂ ਨੂੰ ਦਿੱਕਤ ਕੀ ਹੋਈ, ਆਪਣੇ ਟਰੈਕਟਰ ਰੁਕੇ ਕਿਉਂ, ਪੁਲਿਸ ਨੇ ਕਿਵੇਂ ਰੋਕ ਲਈ। ਅਸੀਂ ਆਪਣਾ ਰਿਸ਼ਤੇਦਾਰ ਆ ਮੇਰਾ ਰੇਸ਼ਮ ਅਨਮੋਲ, ਉਹਦੇ ਘਰ ਬੈਠੇ ਰਹੇ 2 ਦਿਨ।
ਉੱਥੇ ਸਿਕਿਉਰਿਟੀ ਵਧੀਆ, ਉਹਦੇ ਵਿੱਚ ਆਪਣਾ ਉਹਦੇ ਵਿੱਚ ਰਹਿੰਦਾ, ਕੀ ਬੋਲਦੇ ਹੋ ਤੁਸੀਂ, ਫਲੈਟ ਦੇ ਵਿੱਚ ਉਹ ਉੱਥੇ ਸਿਕਿਉਰਿਟੀ ਵਧੀਆ ਸੀ। ਅਸੀਂ ਉੱਥੇ ਰਹੀਂਗੇ ਇੱਕ ਫਲੈਟ ਦੇ ਵਿੱਚ, ਸਭ ਨੂੰ ਫੋਨ ਲਾਣਾ, ਭਾਈ ਆਪਾਂ ਨੇ ਟਰੈਕਟਰਾਂ ਦੇ ਵਿੱਚ ਟੋਜਨ ਰੱਖਣੇ ਆ, ਇਹ ਕਰਨਾ ਹੈ। ਇੱਕ ਬੜੀ ਵਧੀਆ ਆਪਾਂ ਨੇ ਪਲਾਨਿੰਗ ਬਣਾਈ, 100 ਮੀਟਰ ਦੂਰ ਖੜ ਜਾਣਾ ਤੇ 2 ਮਿੰਟ ਦੇ ਵਿੱਚ ਆਪਾਂ ਨੇ ਬੈਰੀਕੇਡ ਤੋੜ ਦੇਣਾ। ਯਾਨੀ ਕਿ ਉਹ ਇੱਕ ਦਿਮਾਗ ਦੇ ਵਿੱਚ, ਜ਼ਿਹਨ ਦੇ ਵਿੱਚ ਰਹੀ। ਆਪਾਂ ਦਿੱਲੀ ਪਹੁੰਚ ਗਏ। ਜਿਹੜਾ ਬਰਾੜੀ ਲੀਡਰਸ਼ਿਪ ਤੇ ਮੈਂ ਬਿਲਕੁਲ ਕਹਿਣਾ ਚਾਹਾਂਗਾ, ਦੋਸ਼ ਵੀ ਲੱਗੇ ਆ ਬਰਾੜੀ ਗਰਾਊਂਡ ਦੇ ਵਿੱਚ ਜਾਣ ਵਾਲੇ ਵੀ ਨਹੀਂ ਜਾਣਾ ਚਾਹੀਦਾ। ਉਹ ਪਬਲਿਕ ਜਦ ਪਤਾ ਨਹੀਂ ਹੁੰਦਾ ਵੀ ਅੰਦੋਲਨ ਕਿੱਡਾ ਵੱਡਾ ਹੋ ਜਾਏਗਾ, ਜਦ ਆਪਾਂ 5 ਆਦਮੀ 7 ਆਦਮੀ ਕੋਈ ਮੂਵਮੈਂਟ ਚਲਾਉਣ ਲੱਗੇ, ਕੋਈ ਪਤਾ ਨਹੀਂ ਹੁੰਦਾ ਕਿੰਨੀ ਦੁਨੀਆ ਨੇ ਆ ਜਾਣਾ ਹੈ। ਜਦ ਪਬਲਿਕ ਆ ਜਾਂਦੀ ਹੈ, ਫਿਰ ਉਹ ਪਬਲਿਕਲੀ ਫੈਸਲੇ ਲੈਣੇ ਪੈਂਦੇ ਆ, ਕੋਈ ਆਪਣੇ ਉਸ ਤੇ ਡਿਸੀਜਨ ਤੇ ਨਹੀਂ ਰਹਿਣਾ, ਬੰਦੇ ਨੂੰ ਬਦਲਣਾ ਪੈਂਦਾ ਆ। ਇਹ ਸਾਰਾ ਕੁਝ ਮੇਰੀ ਅੱਖਾਂ ਦੇ ਸਾਹਮਣੇ, ਮੈਂ ਗਵਾਹ ਆ ਇਸ ਗੱਲ ਦਾ। ਜਦ ਆਪਾਂ ਨੇ ਕਰਨਾਲ ਵਾਲਾ ਬੈਰੀਕੇਡ ਤੋੜਿਆ, ਬਹੁਤ ਵੱਡਾ ਬੈਰੀਕੇਡ ਸੀ, ਉਹਦੇ ਵਿੱਚੋਂ ਹਾਂਜੀ ਵੈਸੇ ਲਾਸਟ ਗੱਲ ਕਰਕੇ, ਕਿਉਂਕਿ ਅੰਦੋਲਨਕਾਰੀ ਬੰਦੇ ਆ ਜਿਵੇਂ ਮਨਦੀਪ ਜੀ, ਫੂਲ ਜੀ, ਜਦ ਸਾਰਾ ਕੁਝ ਸਾਹਮਣੇ ਹੁੰਦਾ, ਇੱਕ ਬੁੱਕ ਦੇ ਵਿੱਚ ਤੁਸੀਂ ਪੜੋਗੇ, ਤੁਹਾਨੂੰ ਕਾਫੀ ਹੱਦ ਤੱਕ ਸਮਝ ਆ ਜਾਊਗਾ। ਫਿਰ ਵੀ ਉਸ ਨੂੰ ਜ਼ਰੂਰ ਪੜਿਓ, ਤਾਂ ਕਿ ਜਿਹੜੇ ਉੱਥੇ ਦੇ ਸਿਸਟਮ ਸੀ, ਲੀਡਰਸ਼ਿਪ ਦੀ ਸੋਚ ਸੀ, ਉਹ ਤੁਹਾਨੂੰ ਲੜਨ ਵਾਲੇ ਲੋਕਾਂ ਦੀ ਸੋਚ, ਮੈਂ ਤਾਂ ਇੱਥੇ ਤੱਕ ਕਹਿਣਾ ਵੀ ਮਦਦ, ਜੇ ਕਿਸੇ ਨੇ ਵਿਊ ਕੀਤਾ ਆ ਸਾਡੇ ਫੋਟੋ ਨੂੰ ਜਾਂ ਕਿਸੇ ਵੀਡੀਓ ਨੂੰ, ਜਾਂ ਕਿਸੇ ਨੇ ਲਾਈਕ ਕੀਤਾ ਆ, ਸਰਚ ਕੀਤਾ ਆ, ਸ਼ੇਅਰ ਕੀਤਾ ਆ, ਪਤਾ ਨਹੀਂ ਉਸ ਸ਼ੇਅਰ ਨਾਲ, ਉਸ ਲਾਈਕ ਨਾਲ, ਕਿਸ ਸਾਥੀ ਦੇ ਕੋਲ, ਕਿਸ ਅੰਦੋਲਨਕਾਰੀ ਬੰਦੇ ਨਾਲ ਉਹ ਵੀਡੀਓ ਚਲੀ ਗਈ ਤੇ ਉਹ ਅੰਦੋਲਨ ਦੇ ਵਿੱਚ ਆਇਆ, ਮੈਂ ਸਭ ਲੋਕਾਂ ਨੂੰ ਉਹਦੇ ਵਿੱਚ ਸਮੂਲੀਅਤ ਮੰਨਦਾ, ਉਹਦਾ ਬਰਾਬਰ ਦਾ ਹਿੱਸੇਦਾਰ ਅਸੀਂ ਮੰਨਦੇ ਹਾਂ। ਜਦ ਕਰਨਾਲ ਵਾਲਾ ਬੈਰੀਕੇਡ ਵੀ ਤੋੜਿਆ, ਉੱਥੇ ਦੀ ਜਿਹੜੀ ਐਸਪੀਸੀ ਖਨੀ ਚਾਰ ਜਿਹਦੇ ਦੀ ਕੀ ਹੁੰਦੀ ਆ, ਉਹ ਸਾਨੂੰ ਬਹੁਤੀ ਜਾਣਕਾਰੀ ਵੀ ਨਹੀਂ, ਬਹੁਤੀ ਪੜ੍ਹਾਈ ਵੀ ਨਹੀਂ ਸਾਡੀ, 10 ਕੁ ਪੜ੍ਹੇ। ਅਰੋੜਾ ਸੀ, ਕਿਹੜੀ DIG ਅਰੋੜਾ, ਭਾਰਤੀ ਅਰੋੜਾ, ਉਹਨੇ ਕਿਹਾ ਵੀ ਜੇ ਤੁਸੀਂ ਬੈਰੀਕੇਡ ਤੋੜਦੇ ਮੈਂ ਅਸਤੀਫਾ ਦੇ ਦੂੰਗੀ। ਤੇ ਮੇਰਾ ਸਾਥੀ ਵਿਨੋਦ ਰਾਣਾ ਜੀ ਲੈ ਕੇ ਆਣ ਵੀ ਬੈਰੀਕੇਡ ਨਹੀਂ ਟੁੱਟਣੇ, ਸੱਚ ਜਾਣਿਓ। ਮੈਂ ਕਿਹਾ ਨਹੀਂ ਰਾਣਾ ਜੀ, ਟੁੱਟ ਜਾਣਗੇ। ਇੱਕ ਹੌਸਲਾ ਸੀ ਮਨ ਨੂੰ। ਸਾਡੇ ਕੋਲ ਟੀਮ ਵਰਕ ਸੀ, ਜਿੰਨੇ ਟਰੱਕ ਖੜੇ ਸੀ ਸਭ ਦੇ ਮੋਬਾਈਲ ਨੰਬਰ, ਡਰਾਈਵਰਾਂ ਦੇ ਟਰੱਕ ਨੰਬਰ, ਇੱਕ ਬੰਦੇ ਦੀ ਇੱਕ ਟਰੱਕ ਡਰਾਈਵਰ ਤੇ ਡਿਊਟੀ ਲਾ ਕੇ ਉਹਨਾਂ ਨੂੰ ਕਿਹਾ ਵੀ ਤੁਸੀਂ ਗੇਅਰ ਕੱਢ ਦੇਣੇ ਆ। 2 ਟਰੱਕਾਂ ਦੀ ਚਾਬੀ ਸਿਰਫ ਸਰਕਾਰ ਕੋਲ ਸੀ, ਜਿਹਨਾਂ ਤੋਂ ਬਜਰੀ ਲੱਦੀ ਹੋਈ ਸੀ, ਬਾਕੀ ਸਾਰੇ ਟਰੱਕ ਡਰਾਈਵਰਾਂ ਦੇ ਕੋਲ ਚਾਬੀਆਂ ਸੀ। ਅਸੀਂ ਕਿਹਾ ਤੁਸੀਂ ਸਿਰਫ ਗੇਅਰ ਕੱਢਣਾ ਆ। ਇੱਕ ਬੰਦੇ ਦੀ ਡਿਊਟੀ ਲਾਈ। ਜਦ ਅਸੀਂ ਅਨਾਉਂਸ ਕਰਿਆ ਵੀ ਚੱਲਦੇ, ਉਹਨਾਂ ਨੇ ਜਦੋਂ ਗੇਅਰ ਕੱਢਦੇ ਸੀ ਧੱਕਾ ਲਾ ਕੇ ਸਾਈਡ 'ਚ ਕਰਦੇ, ਬੈਰੀਕੇਡ ਦੇ ਕੋਲ। ਫਿਰ ਜਿਹੜੇ ਟੀਚਰ ਸੀ ਬਜਰੀ ਨਾਲ ਭਰੇ ਹੋਏ, ਸਾਨੂੰ ਪਤਾ ਸੀ। ਅਸੀਂ ਇੱਕ ਕਾਰਸੇ ਵਾਲੇ ਬਾਬਾ ਜੀ ਕੋਲੋਂ ਇੱਕ ਟਰਾਲੀ ਕਸੀਆਂ ਦੀ ਤੇ ਇੱਕ ਤਸਲੇ ਦੀ ਸਾਡੇ ਕੋਲ ਸੀ, ਵੀ ਜੇ ਉੱਥੇ ਇਹਨਾਂ ਨੇ ਬਾਜਰੀ ਸਿੱਟ ਦੇਣੀ ਹੈ, ਬਾਜਰੀ ਦੇ ਟਰੱਕ ਕੋਲ ਤਸਲੇ ਨਾਲ ਚੱਕ ਦੇਣੇ। ਆਪਣਾ ਟਾਈਮ ਵੱਧ ਹੋ ਗਿਆ ਤਾਂ ਹੈਗਾ, ਘੰਟਾ ਕਰਨਾ ਕੰਮ ਆਪਾਂ ਨੇ, 2 ਘੰਟੇ ਕਰਨਾ ਹੈ। ਯਾਨੀ ਕਿ ਆਪਾਂ ਨੇ ਆਪਣੀ ਇੰਨੀ ਸਿੱਧਤ ਦੇ ਨਾਲ ਅੰਦੋਲਨ ਲੜਿਆ। ਸੱਚ ਜਾਣਿਓ, 27 ਤਰੀਕ ਨੂੰ ਸਾਡੇ ਸਾਥੀ ਰੋਣ ਲੱਗ ਪਏ ਵੀ ਕਹਿੰਦੇ ਇਹ ਗੋਲੀ ਮਾਰਾਂਗੇ, ਡੰਡੇ ਮਾਰਾਂਗੇ, ਸਰਕਾਰ ਨੇ ਸਾਨੂੰ ਗੋਲੀ ਤਾਂ ਮਾਰਨੀ, ਅਸੀਂ ਤਾਂ ਮਰਨ ਵਾਸਤੇ ਆਏ। ਇੰਨਾ ਜਜ਼ਬਾਨ ਲੋਕਾਂ ਦੇ ਵਿੱਚ ਸੀ। ਤੇ ਫਿਰ ਮੈਂ ਭਾਰਤੀ ਅਰੋੜਾ ਨੂੰ ਕਿਹਾ ਵੀ ਸੀ ਉੱਥੇ, ਮੈਂ ਕਿਹਾ ਅਸੀਂ ਆਪਣਾ ਕੰਮ ਕਰਤਾ, ਹੁਣ ਤੂੰ ਆਪਣੇ ਵਾਲਾ ਕਰ। ਕਹਿਣ ਦੀ ਗੱਲ ਆ ਨੌਜਵਾਨ ਸਾਥੀਓ, ਮੈਂ ਇੱਕ ਹਰੇਕ ਆਪਣੀ ਲੈਕਚਰ ਦੇ ਵਿੱਚ ਪਿੰਡਾਂ ਦੇ ਵਿੱਚ ਜਾਣਾ, ਸਾਡੇ ਲੀਡਰਾਂ ਨੇ ਕਿਹਾ ਵੀ ਜੇ ਸੜਕਾਂ ਤੇ ਲੋਕ ਆ ਜਾਣਗੇ ਤਾਂ ਆਪਾਂ ਅੰਦੋਲਨ ਜਿੱਤ ਲੈਂਦੇ। ਮੈਂ ਕਿਹਾ ਸੜਕਾਂ ਤੇ ਲੋਕ ਆਪਾਂ ਲਿਆਵਾਂਗੇ, ਜਿੱਤਣਾ ਜਿੱਤਣਾ ਤੁਹਾਡੇ ਹੱਥ ਦੀ ਗੱਲ ਹੈ। ਅਸੀਂ ਜਦ ਮੋੜੇ ਪਹੁੰਚੇ, ਅਸੀਂ ਪਿੰਡਾਂ ਦੇ ਵਿੱਚ ਇੱਕੋ ਉਹ ਸੱਦਾ ਮੈਂ ਤੁਹਾਨੂੰ ਵੀ ਦੇਣ ਆਇਆ, ਉਹ ਤੁਹਾਨੂੰ ਵੀ ਦੇ ਕੇ ਜਾਊਂਗਾ ਵੀ ਜੰਗਲ ਦੇ ਵਿੱਚ ਲੱਗੀ ਹੋਈ ਅੱਗ ਹੈ, ਅੱਗ ਲੱਗੀ ਹੋਈ ਹੈ ਜੰਗਲ ਦੇ ਵਿੱਚ। ਕੁਝ ਸਾਥੀ ਮੇਰੇ ਵਰਗੇ ਚਿੱਟੇ ਸੂਟ ਪਾ ਕੇ ਬੈਠੇ ਤਮਾਸ਼ਾ ਦੇਖਦੇ ਨੇ ਵੀ ਆਪਾਂ ਇਸ ਅੱਗ ਨੂੰ ਬੁਝਾ ਨਹੀਂ ਸਕਦੇ, ਆਪਾਂ ਇਸ ਅੱਗ ਦੇ ਵਿੱਚ ਨਹੀਂ ਵੜਨਾ। ਲੇਕਿਨ ਅਸੀਂ ਤਾਂ ਉਸ ਚਿੜੀ ਵਾਂਗੋਂ, ਉਹ ਚਿੜੀ ਨੇ ਨਦੀ ਦਾ ਪਾਣੀ ਦੀ ਬੂੰਦ ਭਰਨੀ, ਅੱਗ ਦੇ ਵਿੱਚ ਗੇਰਨੀ, ਤਾਂ ਮੇਰੇ ਵਰਗੇ ਕਾਗੇ ਬੁਗਲੇ ਪੁੱਛਦੇ ਨੇ ਚਿੜੀ तेरे चूंच के पानी से जंगल की आग नहीं बुझेगी। फिर चिड़ी की कहती है, ए जंगल के लोगों, ये मुझे भी पता है मेरे चूंच के पानी से जंगल की आग नहीं बुझेगी, लेकिन जब इतिहास पढ़ा जाएगा, लिखा जाएगा, सुना जाएगा, हमारी गिनती आग बुझाने वालों में होगी और आप लोगों की तमाशा देखने वालों में। नंबर सौदा आना है, पहला चूहे का, फिर मुर्गे का, फिर बकरे का सौदा आना है।
ਆਪਾਂ ਨੇ ਆਪਣੀ ਗਿਣਤੀ ਤਮਾਸ਼ਬੀਨਾਂ ਦੇ ਵਿੱਚ ਨਹੀਂ ਕਰਾਣੀ, ਔਰ ਅੱਗ ਬੁਝਾਉਣ ਵਾਲਿਆਂ 'ਚ ਕਰਾਣੀ ਆ। ਤੇ ਉਸੇ ਸਿਸਟਮ ਦੇ ਵਿੱਚ ਅਸੀਂ ਚੱਲੇ, ਉਸੇ ਮੁਹਿੰਮ ਦੇ ਵਿੱਚ ਚੱਲੇ। ਸੋ ਅੱਜ ਆਪ ਸੱਜਣਾ ਦੇ ਵਿੱਚ ਖੜੇ ਆ, ਇਹਦੇ ਵਿੱਚ ਬਹੁਤ ਵੱਡਾ ਯੋਗਦਾਨ ਮਨਦੀਪ ਸਾਥੀ ਦਾ ਆ, ਜਿਹੜੇ ਅਸੀਂ ਦੂਰ ਰਹਿ ਕੇ ਪਿੱਛੇ ਰਹਿ ਕੇ ਕੰਮ ਕਰਨ ਵਾਲੇ ਸੀ। ਰਮਨਦੀਪ ਮਾਨ ਜਿਨ੍ਹਾਂ ਨੇ ਫਰਵਰੀ ਦੇ ਮਹੀਨੇ 2020 ਦੇ ਵਿੱਚ ਉਹ ਰਿਪੋਰਟ ਜਿਹੜੀ ਨੀਤੀ ਆਯੋਗ ਦੀ ਸੀ ਰਾਜੇਵਾਲ ਦੀ ਗੁਰਨਾਮ ਸਿੰਘ ਢਿੱਲੋਂ ਨੂੰ ਦਿੱਤੀ, ਫਿਰ ਪੰਜਾਬ ਦੀ ਰਾਜਨੀਤਿਕ ਪਾਰਟੀਆਂ ਦਾ ਇਕੱਠ ਕਰਕੇ ਦਿੱਲੀ ਦੇ ਵਿੱਚ ਉਹਨਾਂ ਨੂੰ ਦਿੱਤੀ, ਤੇ ਫਿਰ ਉਸ ਤੋਂ ਬਾਅਦ ਐਸਕੇਐਮ ਦਾ ਜਿਹੜਾ ਉਹ ਸਾਰਾ ਤੁਸੀਂ ਬੁੱਕ ਪੜੋਗੇ, ਸਮਝ ਆਊਗਾ, ਤੁਸੀਂ ਜ਼ਰੂਰ ਪੜ੍ਹਨਾ। ਤੇ ਉਹਦੇ ਵਿੱਚੋਂ ਜਿਹੜੇ ਲੀਡਰ ਸਾਹਿਬਾਨਾਂ ਨੂੰ ਜਾਂ ਜਿਹੜੇ ਅੰਦੋਲਨਕਾਰੀ ਲੋਕ ਰਹੇ ਜਿਨ੍ਹਾਂ ਨੇ ਅੰਦੋਲਨ ਕਰਨਾ ਹੈ, ਉਹਨਾਂ ਨੂੰ ਪਤਾ ਲੱਗੇਗਾ ਵੀ ਸਾਡੇ ਕੋਲ ਜਾਣੇ ਅਣਜਾਣੇ ਕੁਝ ਗਲਤੀਆਂ ਹੁੰਦੀਆਂ ਨੇ ਜਿਹੜੇ ਦੇ ਬੜੇ ਨੁਕਸਾਨ ਹੋਏ ਨੇ, ਉਹ ਨਹੀਂ ਹੋਣੇ। ਇਸ ਬੁੱਕ ਨੇ ਬਹੁਤ ਬੜੀ ਸੇਧ ਇਸ ਸਮਾਜ ਨੂੰ ਦੇਣੀ ਹੈ। ਆਪ ਸਭ ਸਾਥੀਆਂ ਨੂੰ ਨਿਵੇਦਨ ਹੈ ਇਸ ਬੁੱਕ ਨੂੰ ਪੜ੍ਹੋ, ਤੇ ਹੋਰ ਵੀ ਜੋ ਆਪਣਾ ਉਹਦੇ ਵਿੱਚ ਯੋਗਦਾਨ ਮਨਦੀਪ ਜੀ ਦੇ ਨਾਲ, ਤੇ ਤਾਂ ਕਿ ਇੱਕ ਪੱਤਰਕਾਰ ਸਾਡਾ ਇਮੋਸ਼ਨਲ ਵੀ ਹੈ, ਜਜ਼ਬੇ ਵਾਲਾ ਵੀ ਹੈ, ਤੇ ਇਹਨੂੰ ਵੀ ਸਪੋਰਟ ਮਿਲੇ ਤੇ ਦੁਨੀਆ ਤੱਕ ਇਹ ਆਵਾਜ਼ ਪਹੁੰਚੇ। ਤੇ ਮਨਦੀਪ ਜੀ ਨੂੰ ਵੀ ਬੇਨਤੀ ਆ, ਇੱਕ ਵਾਰੀ ਸਾਡੇ 2004 ਦੇ ਵਿੱਚ ਫਲੱਡ ਆਇਆ ਸੀ, ਉੱਥੇ ਅਫਸਰ ਸਾਹਿਬ ਆਏ, ਫੌਜੀ, ਅਸੀਂ ਵੀ ਲੰਗਰ ਲੈ ਕੇ ਚਲੇ ਗਏ, 2004 ਦੀ ਗੱਲ ਹੈ। ਉਹ ਅਫਸਰ ਕਹਿੰਦਾ, फौजी अफसर ਜਿਹੜੇ ਉਹਦੇ ਨਾਲ 16 ਬੰਦੇ ਸੀ, ਕਹਿੰਦਾ आप लोगों में और सिविलियन में क्या फर्क है? कहने लगा नो सर। कहने लगे सिविलियन लोग अपनी जान नहीं बचा सकते, ਤੁਸੀਂ ਸੈਂਕੜੇ ਸਿਵਿਲਿਅਨਾਂ ਦੀ ਜਾਨ ਬਚਾ ਸਕਦੇ ਹੋ। ਜਾਨ ਕਿਹਦੀ ਵੱਧ ਕੀਮਤੀ ਹੈ? ਉਹ ਵਿਚਾਰੇ ਫੇਰ ਕੀ ਕਹਿਣ ਵੀ ਸਾਡੀ ਕੀਮਤੀ ਹੈ, ਨਹੀਂ ਕਹਿ ਸਕਦੇ ਸੀ। ਫਿਰ ਅਫਸਰ ਕਹਿੰਦਾ ਤੁਹਾਡੀ ਜਾਨ ਜ਼ਿਆਦਾ ਕੀਮਤੀ ਹੈ। ਜੇ ਕੋਈ ਸਿਵਿਲਿਅਨ ਇਹ ਜਿਹੀ ਐਮਰਜੈਂਸੀ ਆ ਜਾਵੇ, ਤੁਹਾਡੀ ਜਾਨ ਨੂੰ ਖਤਰਾ ਹੈ, ਤੁਸੀਂ ਸਿਵਿਲਿਅਨ ਛੱਡ ਦੇਣਾ ਹੈ, ਆਪਣੀ ਜਾਨ ਬਚਾਉਣੀ ਜ਼ਰੂਰੀ ਹੈ, ਤਾਂ ਕਿ ਤੁਸੀਂ ਹੋਰ ਸੈਂਕੜਾ ਸਿਵਿਲਿਅਨ ਦੀ ਜਾਨਾਂ ਨੂੰ ਬਚਾ ਸਕੋ। ਮੈਂ ਮਨਦੀਪ ਪੁੰਨੀਆ ਜੀ ਨੂੰ ਬੇਨਤੀ ਕਰਾਂਗਾ ਥੋੜਾ ਬਾਅਦ ਚ ਬਚਾ ਕੇ ਇਹੋ ਜਿਹੇ ਤਰੀਕੇ ਦੇ ਨਾਲ ਲੜਾਈ ਲੜਨੀ ਹੈ, ਤਾਂ ਕਿ ਜੋ ਜ਼ਿੰਦਗੀਦਾਰ ਅੰਦੋਲਨਕਾਰੀ ਲੋਕਾਂ ਨੂੰ ਮੈਂ ਕਹਿੰਦਾ ਹਾਂ, ਹਰ ਇੱਕ ਕੋਈ ਅੰਦੋਲਨ ਹੁੰਦਾ ਆਪਣੀ ਉਸ ਮੂਵਮੈਂਟ ਦੇ ਵਿੱਚ ਆਪਾਂ ਸ਼ਾਮਲ ਹੋ ਜਾਂਦੇ ਆ। ਜਿਹੜਾ ਆਪਣਾ ਏਜੰਡਾ ਹੁੰਦਾ ਹੈ, ਜਿਸ ਤੇ ਆਪਾਂ ਨੇ ਕੰਮ ਕਰਨਾ ਹੁੰਦਾ, ਜਿਹੜਾ ਮੇਨ ਜਿਸ ਸਟਰੀਮ ਦੇ ਆਪਾਂ ਨੇ ਜਾਣਾ ਹੁੰਦਾ, ਉਹ ਸਾਈਡ 'ਚ ਰਹਿ ਜਾਂਦੇ ਆ। ਇਸ ਕਰਕੇ ਸਾਰੇ ਸੱਜਣਾ ਦਾ, ਸਾਥੀਆਂ ਦਾ, ਪ੍ਰਬੰਧਕ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ। ਸਾਡੇ ਲਾਸਟ ਬੁਲਾਰੇ, ਇਸ ਤੋਂ ਬਾਅਦ ਆਪਾਂ ਡਿਸਕਸ਼ਨ ਓਪਨ ਕਰਾਂਗੇ। ਸਾਡੇ ਲਾਸਟ ਬੁਲਾਰੇ